ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਪਿਆਰੀ ਸਾਧ ਸੰਗਤ ਜੀ, ਇਸ ਤੋਂ ਪਹਿਲਾਂ ਅਸੀਂ ਸਰੀਰਕ ਤੱਤਾਂ ਬਾਰੇ ਜੋ ਜਾਣਕਾਰੀ ਪ੍ਰਾਪਤ ਕੀਤੀ ਸੀ, ਉਸ ਦੇ ਵਿੱਚ 5 ਵਿਸ਼ੇ, 5 ਦੋਖ, 5 ਤੱਤ ਤੇ 5 ਪ੍ਰਾਣ ਇੰਦਰੀ। ਇਹ ਸੂਖਸ਼ਮ ਤੱਤ ਹਨ ਜੋ ਦਿਖਾਈ ਨਹੀਂ ਦਿੰਦੇ, ਸਾਡੇ ਸਰੀਰ ਦੇ ਵਿੱਚ ਕੰਮ ਕਰ ਰਹੇ ਹਨ। ਫਿਰ 5 ਕਰਮ ਇੰਦਰੀ, 5 ਗਿਆਨ ਇੰਦਰੀ, ਇਹ ਦਿਖਾਈ ਦੇਣ ਵਾਲੇ ਵਿਸ਼ੇ ਹਨ, ਸਾਡੇ ਸਰੀਰ ਦੇ ਤੱਤ ਹਨ ਜੋ ਦਿਖਾਈ ਦਿੰਦੇ ਹਨ। ਫਿਰ ਅਸੀਂ ਸਰਵਣ ਕੀਤਾ ਸੀ 3 ਤਾਪ, ਆਦ, ਵਿਆਦ ਤੇ ਉਪਾਦ। ਫਿਰ ਸਰਵਣ ਕੀਤਾ ਸੀ 3 ਆਸਾ, ਮਨਸਾ ਤੇ ਤ੍ਰਿਸ਼ਨਾ। ਫਿਰ ਸਰਵਣ ਕੀਤਾ ਸੀ 4 ਬਿਰਤੀਆਂ, ਮਾਨ, ਬੁੱਧੀ, ਚਿੱਤ ਤੇ ਹੰਕਾਰ। ਫਿਰ ਅਸੀਂ ਸਰਵਣ ਕੀਤਾ ਸੀ ਸੇਵਾ ਤੇ ਭਗਤੀ, 2 ਸੇਵਾ ਤੇ ਭਗਤੀ। ਫਿਰ ਸਰਵਣ ਕੀਤਾ ਸੀ ਅਸੀਂ ਸ਼ੁਭ ਗੁਣ, 7 ਸੰਤੋਖ, ਦਇਆ, ਧਰਮ। ਇਹ ਅਸੀਂ ਪਿਛਲੇ ਭਾਗ ਦੇ ਵਿੱਚ ਸਰਵਣ ਕੀਤਾ, ਪਹਿਲਾਂ ਸਰਵਣ ਕੀਤਾ ਹੈ। ਸੋ ਇਹ ਸਾਰੀਆਂ ਚੀਜ਼ਾਂ ਗਿਣਤੀ ਦੇ ਵਿੱਚ 46 ਹਨ, 46। ਸੋ ਹੁਣ ਅਸੀਂ ਉਸ ਤੋਂ ਅੱਗੇ ਦੀ ਜਾਣਕਾਰੀ ਪ੍ਰਾਪਤ ਕਰਦੇ ਹਾਂ, ਜਿਸ ਦੇ ਵਿੱਚ ਅੱਜ ਅਸੀਂ ਵਿਵੇਕ ਦੀ ਜਾਣਕਾਰੀ ਪ੍ਰਾਪਤ ਕਰਾਂਗੇ। ਸੋ ਵਿਵੇਕ ਜੋ ਹੈ, ਫਿਰ ਇਸ ਦਾ ਜੋ ਪਰਿਵਾਰ ਹੈ, ਬੁੱਧੀ, ਵਿਚਾਰ, ਸੰਤੋਖ, ਸ਼ਰਧਾ, ਸ਼ਾਂਤੀ, ਦਇਆ, ਕਰਨਾ, ਮੈਤਰੀ, ਖਿਮਾ, ਇਹ ਸਾਰੇ ਵਿਵੇਕ ਦੇ ਪਰਿਵਾਰ ਹਨ। ਬੁੱਧੀ, ਸੰਤੋਖ, ਸ਼ਾਂਤੀ ਵਗੈਰਾ ਵਗੈਰਾ, ਇਹ ਗਿਣਤੀ ਦੇ ਵਿੱਚ 9 ਹਨ। ਸੋ ਇਸ ਤਰ੍ਹਾਂ ਦੇ ਨਾਲ ਇਹ ਜੋ ਤੱਤ ਹਨ, ਇਹ ਵੀ ਤੱਤ ਹੈ, ਵਿਵੇਕ ਤੇ ਸ਼ਾਂਤੀ, ਬੁੱਧੀ, ਵਿਚਾਰ, ਦਇਆ, ਮੈਤਰੀ, ਖਿਮਾ, ਇਹ ਵੀ ਸਾਡੇ ਸਰੀਰ ਦੇ ਤੱਤ ਹਨ। ਸੋ ਇਸ ਤਰ੍ਹਾਂ ਦੇ ਨਾਲ ਅੱਜ ਅਸੀਂ ਵਿਵੇਕ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ। ਸੋ ਸਾਡੇ ਇਹ ਜੋ ਹਨ, ਵਿਵੇਕ ਨਾਲ ਰਿਲੇਟਡ ਜੋ ਵੀ ਹੈ, ਇਹ ਚੰਗੇ ਗੁਣ ਹੈ। ਸਾਡੇ ਸਰੀਰ ਦੇ ਵਿੱਚ ਚੰਗੇ ਗੁਣਾਂ ਦੇ ਤੱਤ ਹੈ। ਸਾਡੇ ਸਰੀਰ ਵਿੱਚ ਜੋ ਗੁਣ ਨਾਮ ਦਾ ਤੱਤ ਹੈ, ਇਹ ਨਾ ਦਿਸਣ ਵਾਲੀ ਚੀਜ਼ ਹੈ, ਭਾਵ ਸਥੂਲ ਤੌਰ 'ਤੇ ਇਸ ਦਾ ਕੋਈ ਆਕਾਰ ਨਹੀਂ ਹੈ। ਇਹ ਸੂਖਸ਼ਮ ਰੂਪ ਹੈ। ਇਸ ਨੂੰ ਅਸੀਂ ਸੁਭਾਅ ਜਾਂ ਗੁਣ ਤੱਤ ਵੀ ਆਖਦੇ ਹਾਂ, ਜਿਸ ਦੁਆਰਾ ਮਨੁੱਖ ਦੁਨੀਆ ਵਿੱਚ ਮਾਣ ਅਤੇ ਜਸ ਖੱਟਦਾ ਹੈ। ਚੰਗੇ ਗੁਣਾਂ ਕਰਕੇ ਮਨੁੱਖ ਸੰਸਾਰ ਦੇ ਵਿੱਚ ਮਾਣ ਜਸ ਖੱਟਦਾ ਹੈ। ਵਾਹਿਗੁਰੂ ਨਾਲ ਮਨ ਵੀ ਜੋੜਦਾ ਹੈ ਚੰਗੇ ਗੁਣਾਂ ਕਰਕੇ। ਸੋ ਜਿਨ੍ਹਾਂ ਗੁਣਾਂ ਕਰਕੇ ਮਨੁੱਖ ਜਸ ਸੰਸਾਰ ਵਿੱਚੋਂ ਵਡਿਆਈ ਖੱਟਦਾ, ਵਾਹਿਗੁਰੂ ਦੇ ਨਾਲ ਮਨ ਜੋੜਦਾ, ਉਸ ਨੂੰ ਗੁਣ ਕਹਿੰਦੇ ਆ। ਜਿਸ ਦੇ ਨਾਲ ਮਨੁੱਖ ਸੰਸਾਰ ਵਿੱਚੋਂ ਅਪਮਾਨ, ਆਪਜਸ, ਬੁਰਿਆਈ ਖੱਟਦਾ, ਥਾਂ ਥਾਂ 'ਤੇ ਆਪਣੀ ਬੇਇੱਜ਼ਤੀ ਕਰਾਉਂਦਾ, ਉਸ ਨੂੰ ਔਗਣ ਕਹਿੰਦੇ ਆ। ਜਿਵੇਂ ਬਚਪਨ ਵਿੱਚ ਜੀਵ ਆਪਣੇ ਮਾਪਿਆਂ ਪਾਸੋਂ ਅਤੇ ਆਪਣੇ ਟੀਚਰਾਂ ਪਾਸੋਂ ਚੰਗੇ ਗੁਣ ਸਿੱਖਦਾ ਅਤੇ ਹਮੇਸ਼ਾ ਯਾਦ ਰੱਖਦਾ, ਭਲੇ ਪੁਰਸ਼ਾਂ ਦੀ ਸੰਗਤ ਕਰਕੇ ਅਤੇ ਗੁਰੂ ਜੀ ਦੀ ਸੰਗਤ ਵਿੱਚ ਜਾ ਕੇ ਚੰਗੇ ਗੁਣਾਂ ਦੀ ਸਾਂਝ ਬਣਾ ਲੈਂਦਾ। ਇਸ ਤਰ੍ਹਾਂ ਗੁਰੂ ਜੀ ਵੀ ਫਰਮਾਉਂਦੇ ਹਨ ਕਿ ਸਾਂਝ ਕਰੀਜੈ ਗੁਣਹਿ ਕੇਰੀ, ਛੋੜ ਅਵਗਣ ਚੱਲੀਐ, ਪਹਿਰੈ ਪਟੰਬਰ ਕਰ ਅਡੰਬਰ, ਆਪਣਾ ਪਿੜ ਮੱਲੀਐ। ਮਤਲਬ ਕਿ ਔਗਣਾਂ ਨੂੰ ਛੱਡ ਕੇ ਜੋ ਮਨੁੱਖ ਗੁਣਾਂ ਨਾਲ ਸਾਂਝ ਪਾ ਲੈਂਦਾ, ਤਾਂ ਉਹ ਭਾਵੇਂ ਦੁਨੀਆ ਵਿੱਚ ਕਿਤੇ ਵੀ ਚਲਾ ਜਾਏ, ਜਿੱਥੇ ਉਸ ਨੂੰ ਕੋਈ ਜਾਣਦਾ ਹੀ ਨਾ ਹੋਵੇ,
ਸਭ ਓਪਰੇ ਹੀ ਓਪਰੇ ਹੋਣ, ਉੱਥੇ ਉਹ ਆਪਣੇ ਗੁਣਾਂ ਕਰਕੇ ਓਪਰੇ ਲੋਕਾਂ ਨਾਲ ਵੀ ਆਪਣੇ ਚੰਗੇ ਸੰਬੰਧ ਜੋੜ ਲੈਂਦਾ ਅਤੇ ਸਭ ਲੋਕ ਉਸ ਦੀ ਇੱਜ਼ਤ ਕਰਦੇ ਹਨ। ਇਸ ਤਰ੍ਹਾਂ ਉਹ ਨੇਕੀ ਕਾਰਨ ਚੰਗੇ ਵਸਤਰ ਪਹਿਨਦਾ ਹੈ, ਸੱਚਾਈ ਕਾਰਨ ਆਪਣਾ ਆਲਾ ਦੁਆਲਾ ਸਜਾ ਕੇ ਰੱਖਦਾ, ਭਾਵ ਸੁਖਾਲਾ ਕਰ ਲੈਂਦਾ ਆਪਣੇ ਆਲੇ ਦੁਆਲੇ ਨੂੰ। ਆਪਣੇ ਚੰਗੇ ਸੁਭਾਅ ਕਾਰਨ ਉਹ ਰਹਿਣ ਲਈ ਚੰਗਾ ਘਰ ਪ੍ਰਾਪਤ ਕਰ ਲੈਂਦਾ ਹੈ ਅਤੇ ਸਮਾਜ ਅਤੇ ਲੋਕਾਂ ਕੋਲੋਂ ਮਾਣ ਪਾਉਂਦਾ ਹੈ। ਗੁਣ ਨੂੰ ਅਸੀਂ ਇੱਦਾਂ ਵੀ ਕਹਿ ਸਕਦੇ ਵੀ ਗੁਣ ਉਸ ਨੂੰ ਵੀ ਕਹਿੰਦੇ ਜੋ ਹੁਨਰ ਹੁੰਦਾ ਹੈ, ਹੁਨਰ ਨੂੰ ਵੀ ਗੁਣ ਕਹਿੰਦੇ ਹਾਂ ਅਸੀਂ। ਜੋ ਕਿਸੇ ਪਾਸ ਵਿੱਦਿਆ ਹੁੰਦੀ ਹੈ, ਕਾਰੀਗਰੀ ਦਾ ਕੰਮ ਜਾਣਦਾ ਹੈ, ਕੋਈ ਚੀਜ਼ਾਂ ਬਣਾਉਣ ਜਾਣਦਾ ਹੈ, ਕੋਈ ਖੇਤੀ ਦਾ ਕੰਮ ਕਰਨ ਜਾਣਦਾ ਹੈ, ਇਸ ਗੁਣ ਕਰਕੇ ਮਨੁੱਖ ਹਰ ਥਾਂ ਮਾਣ ਪ੍ਰਾਪਤ ਕਰ ਲੈਂਦਾ ਹੈ ਅਤੇ ਕਦੇ ਵੀ ਭੁੱਖਾ ਨਹੀਂ ਮਰਦਾ। ਇਹ ਵੀ ਗੁਣ ਹੈ, ਇਸ ਨੂੰ ਵੀ ਗੁਣ ਕਹਿੰਦੇ ਆ। ਇਹ ਵੀ ਚੰਗੇ ਗੁਣ ਹੈ, ਮਤਲਬ ਚੰਗੇ ਗੁਣਾਂ ਦੀ ਗੱਲ ਕਰ ਰਹੇ ਹਾਂ ਆਪਾਂ। ਸੋ ਹੁਣ ਆਪਾਂ ਜੋ ਸਾਡੇ ਸਰੀਰ ਦੇ ਵਿੱਚ ਵਿਵੇਕ ਆ ਨਾ, ਵਿਵੇਕ ਇੱਕ ਗੁਣ ਹੈ ਸਾਡੇ ਸਰੀਰ ਵਿੱਚ ਜੋ ਦਿਖਾਈ ਨਹੀਂ ਦਿੰਦਾ, ਸੂਖਸ਼ਮ ਹੈ। ਵਿਵੇਕ ਦੀ ਗੱਲ ਕਰਦੇ ਹਾਂ ਆਪਾਂ। ਪਹਿਲੇ ਗੁਣਾਂ ਦੀ ਤਾਂ ਅੱਗੇ ਗੱਲ ਪਹਿਲਾਂ ਕਰ ਚੁੱਕੇ ਨਾ ਆਪਾਂ, ਕੱਲ੍ਹ ਵਿਸ਼ਿਆਂ ਦੀ, ਦੋਖਾਂ ਦੀ, ਦੋਸ਼ਾਂ ਦੀ, ਤੱਤਾਂ ਦੀ, ਪ੍ਰਾਣ ਇੰਦਰੀਆਂ ਦੀ, ਗਿਆਨ ਇੰਦਰੀਆਂ ਦੀ, ਕਰਮ ਇੰਦਰੀਆਂ ਦੀ, ਤਾਪ ਦੀ, ਆਸ਼ਾ ਮਨਸ਼ਾ ਦੀ, ਬਿਰਤੀਆਂ ਦੀ, ਸੇਵਾ ਭਗਤੀ ਦੀ, ਇਸ ਤਰ੍ਹਾਂ ਸਤ ਸੰਤੋਖ ਦੇ ਧਰਮ ਦੀ ਇਹ ਗੱਲ ਕਰ ਚੁੱਕੇ ਹਾਂ ਅਸੀਂ। ਹੁਣ ਅਸੀਂ ਵਿਵੇਕ ਦੀ ਗੱਲ ਕਰਦੇ ਹਾਂ ਅਤੇ ਵਿਵੇਕ ਦੇ ਪਰਿਵਾਰ ਦੀ ਗੱਲ ਕਰਦੇ ਹਾਂ। ਵਿਵੇਕ ਵੀ ਸਾਡੇ ਸਰੀਰ ਦਾ ਨਾ ਦਿਸਣ ਵਾਲਾ ਅੰਗ ਹੈ, ਜੋ ਆਕਾਰ ਰੂਪ ਵਿੱਚ ਨਹੀਂ ਹੈ। ਇਹ ਸੂਖਸ਼ਮ ਰੂਪ ਵਿੱਚ ਨਾ ਦਿਸਣ ਵਾਲਾ ਇੱਕ ਚੰਗਾ ਤੱਤ ਹੈ ਸਾਡੇ ਵਿੱਚ। ਵਿਵੇਕ ਦੀ ਕਈ ਤਰੀਕਿਆਂ ਦੇ ਨਾਲ ਵਿਆਖਿਆ ਕੀਤੀ ਜਾਂਦੀ। ਨੰਬਰ 1 'ਤੇ ਜਗਤ ਨੂੰ ਮਿੱਥਿਆ ਜਾਣਨਾ, ਇਸ ਦਾ ਨਾਮ ਵੀ ਵਿਵੇਕ ਹੈ। ਜਗਤ ਨੂੰ ਮਿੱਥਿਆ ਜਾਣਨਾ, ਇਸ ਨੂੰ ਵੀ ਵਿਵੇਕ ਕਹਿੰਦੇ। ਵਿਵੇਕ ਦਾ ਮਤਲਬ ਬਿਬ ਨਾਮ ਦਵੈਤ ਜਾਂ ਈਰਖਾ ਦਾ ਹੈ। ਬਿਬ ਦਾ ਅਰਥ ਹੈ ਦਵੈਤ ਜਾਂ ਈਰਖਾ। ਏਕ ਨਾਮ ਇੱਕ ਦਾ ਹੈ, ਬਿਬ ਏਕ। ਬਿਬ ਦਵੈਤ ਈਰਖਾ, ਏਕ ਨਾਮ ਇੱਕ ਦਾ ਹੈ, ਏਕ ਇੱਕ। ਸੋ ਦਵੈਤਾ ਨੂੰ ਛੱਡ ਕੇ, ਈਰਖਾ ਨੂੰ ਛੱਡ ਕੇ ਨਿਰੰਕਾਰ ਦੇ ਚਰਨਾਂ ਨਾਲ ਇੱਕ ਹੋ ਜਾਣਾ ਵਿਵੇਕ ਹੈ। ਬਿਬ ਨੂੰ ਛੱਡ ਕੇ ਇੱਕ ਹੋ ਜਾਣਾ, ਵਾਹਿਗੁਰੂ ਨਾਲ ਜੁੜ ਜਾਣਾ, ਉਸ ਨੂੰ ਵਿਵੇਕ ਕਹਿੰਦੇ ਆ। ਫਿਰ ਉਹਨਾਂ ਨੂੰ ਵੀ ਵਿਵੇਕੀ ਕਹਿੰਦੇ ਆ ਜਾਂ ਵਿਵੇਕ ਕਹਿੰਦੇ ਵੀ ਕਈ ਲੋਕ ਕਿਸੇ ਦੇ ਹੱਥ ਦਾ ਬਣਿਆ ਪ੍ਰਸ਼ਾਦਾ ਨਹੀਂ ਖਾਂਦੇ, ਜੋ ਸੋਧੀ ਹੁੰਦੇ ਹਨ, ਉਹ ਆਪ ਖਾਣਾ ਬਣਾ ਕੇ ਖਾਂਦੇ ਆ। ਸੋ ਇਸ ਤਰ੍ਹਾਂ ਬਹੁਤ ਸਾਰੇ ਲੋਕ ਆਪਣੇ ਹਮ ਖਿਆਲੀ ਸਿੱਖਾਂ ਨਾਲ ਮਿਲ ਕੇ, ਹੋਰ ਧਰਮਾਂ 'ਚ ਵੀ, ਸਾਡੇ ਧਰਮ 'ਚ ਵੀ ਹੈਗੇ ਬਹੁਤ ਲੋਕ ਜਿਹੜੇ ਦੂਜੇ ਦੇ ਹੱਥ ਦਾ ਬਣਿਆ ਖਾਣਾ ਹੀ ਨਹੀਂ ਖਾਂਦੇ, ਆਪ ਹੀ ਖਾਣਾ, ਲੰਗਰ ਤਿਆਰ ਕਰਨਾ, ਆਪ ਹੀ ਛਕਣਾ, ਭਾਂਡੇ ਮਾਂਜਣੇ ਰਗੜ ਰਗੜ ਕੇ ਵਗੈਰਾ ਵਗੈਰਾ। ਸੋ ਮਤਲਬ ਹਿੰਦੂ ਮਤ ਦੇ ਲੋਕ ਤਾਂ ਲੱਕੜਾਂ ਵੀ ਧੋਂਦੇ ਆ, ਚੁੱਲ੍ਹਾ ਵੀ ਨਵਾਂ ਪੁੱਟਦੇ ਆ। ਸੋ ਇਸ ਤਰ੍ਹਾਂ ਕਈ ਤਰ੍ਹਾਂ ਦੇ ਲੋਕ ਸੋਧੀ ਹੁੰਦੇ ਆ, ਆਪਣੇ ਹਮ ਖਿਆਲੀਆਂ ਨਾਲ ਮਿਲ ਕੇ ਜੋ ਸੋਧ ਕੇ ਪ੍ਰਸ਼ਾਦਾ ਬਣਾਉਂਦੇ ਆ, ਤਾਂ ਉਸ ਨੂੰ ਵੀ ਵਿਵੇਕ ਕਹਿੰਦੇ ਆ। ਫਿਰ ਜੇ ਕਿਸੇ ਪਾਸੋਂ, ਜੇ ਕਿਸੇ ਸਿੰਘ ਪਾਸੋਂ ਕ੍ਰੈਤ ਹੋ ਜਾਵੇ, ਉਸ ਦੀ ਸੁਧਾਈ ਕਰਕੇ ਪੰਜਾਂ ਪਿਆਰਿਆਂ ਵੱਲੋਂ ਜੋ ਤਨਖਾਹ ਲਾਈ ਜਾਂਦੀ ਹੈ, ਉਸ ਨੂੰ ਵੀ ਵਿਵੇਕ ਆਖਿਆ ਜਾਂਦਾ ਹੈ। ਵਿਵੇਕ ਦੇ ਕਈ ਅਰਥ ਹਨ। ਵਸਤੂ ਦੇ ਠੀਕ ਠੀਕ ਸਰੂਪ ਦਾ ਨਿਸ਼ਚੈ ਕਰਨਾ, ਉਹ ਵੀ ਵਿਵੇਕ ਆ। ਉਹਦਾ ਅਰਥ ਵੀ ਭਾਈ ਕਾਨ੍ਹ ਸਿੰਘ ਨਾਭਾ ਨੇ ਲਿਖਿਆ ਕਿ ਜੋ ਵਿਦਵਾਨ ਪੁਰਸ਼, ਗਿਆਨਵਾਨ ਪੁਰਸ਼ ਹੁੰਦੇ ਹਨ, ਜਾਣਕਾਰ ਹੁੰਦੇ ਹਨ, ਨੌਲੇਜ ਵਾਲੇ ਹੁੰਦੇ ਹਨ, ਉਹ ਕਿਸੇ ਵੀ ਵਸਤੂ ਦੇ ਠੀਕ ਠੀਕ ਸਰੂਪ ਦਾ ਨਿਸ਼ਚੈ ਕਰਦੇ ਹਨ।
ਉਸ ਦਾ ਨਿਸ਼ਚਾ ਕਰਕੇ ਉਸ ਦਾ ਨਿਰਣਾ ਕਰਦੇ ਆ, ਉਸ ਨੂੰ ਵੀ ਵਿਵੇਕ ਕਹਿੰਦੇ ਆ। ਸਿੱਖ ਧਰਮ ਦੇ ਨਿਯਮਾਂ ਦੀ ਦ੍ਰਿੜਤਾ ਨੂੰ ਧਾਰਨ ਕਰਨਾ ਵੀ ਵਿਵੇਕ ਹੈ। ਸਿੱਖ ਧਰਮ ਦੇ ਜਿਹੜੇ ਨਿਯਮ ਹਨ ਉਹਨਾਂ ਨੂੰ ਆਪਣੇ ਜੀਵਨ ਦੇ ਵਿੱਚ ਦ੍ਰਿੜ ਕਰਨਾ, ਇਸ ਨੂੰ ਵੀ ਵਿਵੇਕ ਕਹਿੰਦੇ ਆ। ਸੋ ਇਸ ਤਰ੍ਹਾਂ ਦੇ ਨਾਲ ਵਿਵੇਕ ਦੇ ਕਈ ਅਰਥ ਹਨ। ਸੋ ਇਹ ਭਾਵੇਂ ਅਰਥ ਕਈ ਹਨ, ਪਰ ਸਾਰੇ ਹੀ ਸਾਡੇ ਸੂਖਸ਼ਮ ਸਰੀਰ ਦੇ ਨਾਲ ਰਿਲੇਟਡ ਹੈ, ਸਾਡੀ ਲਾਈਫ ਦੇ ਨਾਲ ਰਿਲੇਟਡ ਹੈ, ਸਾਡੇ ਜੀਵਨ ਦੇ ਨਾਲ, ਸਾਡੀ ਆਤਮਾ ਦੇ ਨਾਲ, ਸਾਡੇ ਸਰੀਰ ਦੇ ਨਾਲ ਸੰਬੰਧਿਤ ਹੈ। ਸਤਿਗੁਰੂ ਜੀ ਪਾਵਨ ਬਾਣੀ ਵਿੱਚ ਬਚਨ ਕਰਦੇ ਹਨ, ਪਾਵੈ ਮੁਕਤ ਨ ਹੋਰ ਥੈ ਕੋਈ, ਪੁੱਛੋ ਵਿਵੇਕੀਆ ਜਾਏ। ਅਰਥਾਤ ਨਾਮ ਜਪਣ ਵਾਲੇ ਸਤਿਪੁਰਖਾਂ ਤੇ ਗਿਆਨਵਾਨ ਵਿਦਵਾਨ ਪੁਰਸ਼ਾਂ ਨੂੰ ਵਿਵੇਕ ਆਖਦੇ ਹਨ। ਗਿਆਨ ਨੂੰ ਵਿਵੇਕ ਕਹਿੰਦੇ ਹਨ, ਗਿਆਨਵਾਨ ਲੋਕਾਂ ਨੂੰ ਵਿਵੇਕ ਕਹਿੰਦੇ ਹਨ। ਸਤਿਪੁਰਸ਼ਾਂ ਨੂੰ, ਨਾਮ ਜਪਣ ਵਾਲਿਆਂ ਨੂੰ ਵੀ ਵਿਵੇਕ ਆਖਦੇ ਹਨ। ਭਾਵ ਕਿ ਵਿਵੇਕ ਇੱਕ ਗਿਆਨ ਹੈ ਜੋ ਗਿਆਨੀ ਸੰਤਾਂ ਮਹਾਤਮਾ ਪਾਸੋਂ ਮਿਲਦਾ ਹੈ। ਉਹ ਹੀ ਸਾਨੂੰ ਭਲੇ ਬੁਰੇ ਦੀ ਵਿਚਾਰ ਦੱਸਦੇ ਹਨ। ਜੋ ਕੰਮ ਵਿਚਾਰ ਕੇ ਕਰੀਏ ਉਹ ਫਾਇਦੇਮੰਦ ਹੁੰਦਾ ਹੈ, ਅਤੇ ਜੋ ਕੰਮ ਵਿਚਾਰ ਕੇ ਨਾ ਕਰੀਏ ਉਹ ਨੁਕਸਾਨਦਾਇਕ ਹੁੰਦਾ ਹੈ। ਬਸ ਇਸੇ ਸੱਚ ਝੂਠ ਦੀ ਵਿਚਾਰ ਨੂੰ ਵਿਵੇਕ ਕਹਿੰਦੇ ਹਨ। ਸੋ ਹੁਣ ਵਿਵੇਕ ਦੀ ਜਾਣਕਾਰੀ, ਹੁਣ ਆਪਾਂ ਵਿਵੇਕ ਦੇ ਪਰਿਵਾਰ ਦੀ ਜਾਣਕਾਰੀ ਪ੍ਰਾਪਤ ਕਰਦੇ ਹਾਂ। ਸੋ ਵਿਵੇਕ ਦਾ ਪਰਿਵਾਰ ਕੀ ਹੈ? ਬੁੱਧੀ, ਵਿਚਾਰ, ਸੰਤੋਖ, ਸ਼ਰਧਾ, ਸ਼ਾਂਤੀ, ਦਇਆ ਕਰਨਾ, ਮੈਤਰੀ, ਖਿਮਾ, ਇਹ ਵਿਵੇਕ ਦਾ ਪਰਿਵਾਰ ਹੈ। ਸੋ ਸਭ ਤੋਂ ਪਹਿਲਾਂ ਆਪਾਂ ਬੁੱਧੀ ਦੀ ਗੱਲ ਕਰਦੇ ਹਾਂ। ਨੰਬਰ 1 ਤੇ ਬੁੱਧੀ। ਇਹ ਬੁੱਧੀ ਵੀ ਸਾਡੇ ਸਰੀਰ ਵਿੱਚ ਨਾ ਦਿਸਣ ਵਾਲੀ ਵਸਤੂ ਹੈ, ਭਾਵ ਸੂਖਸ਼ਮ ਗੁਣ ਹੈ ਬੁੱਧੀ। ਬੁੱਧੀ, ਵਿਚਾਰ, ਸੰਤੋਖ, ਸ਼ਰਧਾ, ਸ਼ਾਂਤੀ, ਕਰਨਾ, ਇਹ ਸਭ ਵਿਵੇਕ ਦਾ ਪਰਿਵਾਰ ਹਨ, ਭਾਵ ਟੱਬਰ ਹਨ। ਬਿਨਾਂ ਬੁੱਧੀ ਤੋਂ ਕੋਈ ਵੀ ਕੰਮ ਨਹੀਂ ਹੋ ਸਕਦਾ। ਜੇ ਜਿਸ ਦੀ ਬੁੱਧੀ ਭੈੜੀ ਹੈ ਉਹ ਹਮੇਸ਼ਾ ਭੈੜੇ ਕੰਮ ਵਿੱਚ ਲੱਗਾ ਰਹਿੰਦਾ ਅਤੇ ਭਲੇ ਬੁਰੇ ਦੀ ਵਿਚਾਰ ਨਹੀਂ ਕਰਦਾ। ਗੁਰੂ ਜੀ ਕਹਿੰਦੇ ਹਨ, ਸਰ ਅਫਸਰ ਕੀ ਸਾਰ ਨਾ ਜਾਣਹਿ, ਫਿਰ ਕੀਚ ਬੁਢਾਹੀ। ਮਤਲਬ ਕਿ ਸ੍ਰੇਸ਼ਟ ਬੁੱਧੀ ਨਾ ਹੋਣ ਕਰਕੇ ਉਹ ਮਾੜੇ ਕੰਮਾਂ ਵਿੱਚ ਲੱਗਾ ਰਹਿੰਦਾ ਅਤੇ ਅੰਤ ਨੂੰ ਅਧੋਗਤੀ ਨੂੰ ਪ੍ਰਾਪਤ ਹੁੰਦਾ, ਆਉਣ ਜਾਣ ਦੇ ਚੱਕਰ ਵਿੱਚ ਪਿਆ ਰਹਿੰਦਾ। ਦੂਜੇ ਪਾਸੇ ਵਾਹਿਗੁਰੂ ਦੀ ਕਿਰਪਾ ਨਾਲ ਜਿਸ ਨੂੰ ਸ੍ਰੇਸ਼ਟ ਬੁੱਧੀ ਪ੍ਰਾਪਤ ਹੋਈ ਹੈ ਉਹ ਹਮੇਸ਼ਾ ਸੰਗਤ ਵਿੱਚ ਜਾਂਦਾ ਹੈ ਅਤੇ ਸੰਗਤ ਵਿੱਚ ਗੁਰੂ ਸ਼ਬਦ ਦੀ ਵਿਚਾਰ ਸੁਣ ਕੇ ਮਨ ਵਿੱਚ ਧਾਰਨ ਕਰਦਾ ਹੈ। ਚੰਗੀ ਵਿੱਦਿਆ ਪੜ੍ਹ ਕੇ ਬੁੱਧੀ ਨੂੰ ਹੋਰ ਤਿੱਖੀ ਕਰਦਾ, ਹੋਰ ਤੀਕਸ਼ਣ ਕਰਕੇ ਦੁਨੀਆ ਵਿੱਚ ਆਪਣੀ ਬੁੱਧੀ ਨੂੰ ਪਰਵਿਰਤ ਕਰਦਾ। ਜੋ ਉਸਨੇ ਗਿਆਨ ਪ੍ਰਾਪਤ ਕੀਤਾ ਹੈ, ਜੋ ਉਸਨੇ ਚੰਗੀ ਬੁੱਧੀ ਪ੍ਰਾਪਤ ਕੀਤੀ ਹੈ, ਫਿਰ ਉਸ ਨੂੰ ਦੁਨੀਆ ਵਿੱਚ ਪਰਵਿਰਤ ਕਰਦਾ। ਪਰਵਿਰਤ ਕਰਨਾ ਮਤਲਬ ਆਪਣੀ ਬੁੱਧੀ ਨੂੰ ਕੰਮਾਂ ਦੇ ਵਿੱਚ ਲਾਉਣਾ, ਚੰਗੇ ਕੰਮਾਂ ਦੇ ਵਿੱਚ। ਜਿਵੇਂ ਜਿਨ੍ਹਾਂ ਲੋਕਾਂ ਨੇ ਦੁਨਿਆਵੀ ਵਿੱਦਿਆ ਪੜ੍ਹ ਕੇ ਆਪਣੀ ਬੁੱਧੀ ਨੂੰ ਵਿਕਾਸ ਦੇ ਵਿੱਚ ਲਾਇਆ, ਜਿਵੇਂ ਤਾਰ ਰਾਹੀਂ ਦੂਰ ਬੈਠੇ ਗੱਲਾਂ ਕਰਨੀਆਂ, ਫਿਰ ਵਾਇਰਲੈਸ ਸਿਸਟਮ ਚੱਲਿਆ, ਅੱਜ ਕੱਲ੍ਹ ਮੋਬਾਇਲ ਚੱਲ ਪਏ। ਪਹਿਲਾਂ ਤਾਰਾਂ ਦੇ ਨਾਲ ਹੀ ਗੱਲਾਂ ਕਰਦੇ ਸੀ। ਸੋ ਟੈਲੀਫੋਨ ਹੁੰਦੇ ਸੀ ਸਾਡੇ ਤਾਰਾਂ ਵਾਲੇ, ਤਾਰ ਕੋਈ ਕੱਟ ਦਿੰਦਾ ਸੀ ਰਾਹ 'ਚੋਂ ਤਾਂ ਕੋਈ ਗੱਲ ਹੀ ਨਹੀਂ ਕਰ ਸਕਦੇ ਸੀ, ਤਾਰ ਹੁੰਦੀ ਸੀ ਗੱਲ ਕਰ ਲੈਂਦੇ ਸੀ। ਵਾਇਰਲੈਸ ਸਿਸਟਮ ਆ ਗਿਆ, ਹੁਣ ਮੋਬਾਇਲ ਆ ਗਿਆ, ਜਿਸ ਦੇ ਰਾਹੀਂ ਅਸੀਂ ਬਿਨਾਂ ਤਾਰ ਤੋਂ ਹੀ ਦੂਰ ਬੈਠੇ ਗੱਲਾਂ ਕਰ ਸਕਦੇ ਹਾਂ। ਰੇਲ ਗੱਡੀ ਬਣੀ, ਮੋਟਰ ਕਾਰ ਬਣੀ, ਹਵਾਈ ਜਹਾਜ਼ ਬਣੇ, ਜ਼ਮੀਨ ਵਿੱਚੋਂ ਤੇਲ ਕੱਢਿਆ ਆਦਿਕ। ਇਹ ਸਭ ਬੁੱਧੀ ਦੀਆਂ ਕਾਢਾਂ ਹਨ। ਬੁੱਧੀ ਬਿਨਾਂ ਇਸ ਨੂੰ ਹੋਰ ਕੋਈ ਨਹੀਂ ਜਾਣ ਸਕਦਾ, ਨਾ ਕਰ ਸਕਦਾ। ਸੋ ਗੁਰੂ ਜੀ ਗੁਰਬਾਣੀ ਵਿੱਚ ਪਾਵਨ ਬਚਨ ਕਰਦੇ ਹਨ ਕਿ ਸਾ ਬੁੱਧ ਦੀਜੈ ਜਿਤ ਵਿਸਰੇ ਨਾਹੀਂ,
सा मत दीजै जित तुध ਧਿਆਈ। ਗੁਰੂ ਜੀ ਕਹਿੰਦੇ ਹਨ ਕਿ ਭਲੇ ਪੁਰਸ਼ਾਂ ਪਾਸ ਬੈਠੀਏ, ਹੇ ਵਾਹਿਗੁਰੂ ਸਾਨੂੰ ਉਹ ਬੁੱਧੀ ਦਿਓ ਜਿਸ ਕਰਕੇ ਤੂੰ ਸਾਡੇ ਕੋਲੋਂ ਵਿਸਰੇ ਨਾ। ਹੇ ਵਾਹਿਗੁਰੂ ਜੀ ਤੂੰ ਸਾਨੂੰ ਉਹ ਬੁੱਧੀ ਦਿਓ, ਉਹ ਮਤ ਦਿਓ ਜਿਸ ਦੇ ਨਾਲ ਅਸੀਂ ਤੈਨੂੰ ਹਮੇਸ਼ਾ ਹੀ ਧਿਆਉਂਦੇ ਰਹੀਏ। ਇਸ ਤਰ੍ਹਾਂ ਬੁੱਧੀ ਨੂੰ ਸੰਸਾਰ ਦੇ ਵਿਕਾਸ ਦੇ ਵਿੱਚ ਲਾਉਣਾ, ਵਾਹਿਗੁਰੂ ਦੇ ਸਿਮਰਨ ਭਜਨ ਵਿੱਚ ਲਾਉਣਾ, ਇਹ ਆਪਣੀ ਚੰਗੀ ਬੁੱਧੀ ਦਾ ਇਸਤੇਮਾਲ ਕਰਨਾ। ਫਿਰ ਗੁਰੂ ਜੀ ਕਹਿੰਦੇ ਹਨ ਕਿ ਭਲੇ ਪੁਰਸ਼ਾਂ ਪਾਸ ਬੈਠੀਏ ਤਾਂ ਉੱਥੇ ਪਾਪ ਪੁੰਨ ਭਲੇ ਬੁਰੇ ਦੀ ਵਿਚਾਰ ਹੁੰਦੀ ਹੈ, ਕੂੜ ਦੀ ਰਾਸ ਘਟਦੀ ਹੈ ਅਤੇ ਹਿਰਦੇ ਵਿੱਚ ਸੱਚ ਦੀ ਪ੍ਰਾਪਤੀ ਹੁੰਦੀ ਹੈ। ਭਲੇ ਪੁਰਸ਼ਾਂ ਦੀ ਸੰਗਤ ਕਰਨ ਕਰਕੇ, ਭਲਿਆਂ ਲੋਕਾਂ ਕੋਲ ਬੈਠਣ ਕਰਕੇ ਭਲੀ ਮੱਤ ਮਿਲਦੀ। ਸਤਿਗੁਰੂ ਜੀ ਕਹਿੰਦੇ ਹਨ ਸੱਤੀ ਪਹਿਰੀ ਸਤ ਭਲਾ, ਬਹੀਏ ਪੜ੍ਹਿਆ ਪਾਸ, ਉੱਥੇ ਪਾਪ ਪੁੰਨ ਵਿਚਾਰੀਐ, ਕੂੜੈ ਘਟੈ ਰਾਸ। ਹੈ ਨਾ, ਸਤਿਪੁਰਖਾਂ ਕੋਲੇ ਗਿਆਨੀ ਪੁਰਸ਼ਾਂ ਕੋਲੇ ਬੈਠਾਂਗੇ ਤਾਂ ਜਿਹੜੀ ਕੂੜ ਹੈ ਘਟੈ ਦਾ ਮਤਲਬ ਹੁੰਦਾ ਵੀ ਜਿਹੜੀ ਕੂੜ ਦੀ ਰਾਸ ਹੈ ਉਹ ਘਟਦੀ ਹੈ, ਉਹ ਘਟ ਜਾਂਦੀ ਆ। ਵਿਚਾਰ ਜਿਹੜੀ ਸਾਡੇ ਹਿਰਦੇ ਵਿੱਚ ਹੁੰਦੀ ਹੈ ਅਤੇ ਸੱਚ ਦੀ ਪ੍ਰਾਪਤੀ ਸਾਨੂੰ ਹੋ ਜਾਂਦੀ ਹੈ। ਇਸ ਤਰ੍ਹਾਂ ਬੁੱਧੀ ਜਾਣੀ ਮਤ ਸਾਡੇ ਸਰੀਰ ਵਿੱਚ ਆਪਣਾ ਕੰਮ ਕਰਦੀ ਰਹਿੰਦੀ ਹੈ। ਇਹ ਬੁੱਧੀ ਦਾ ਤੱਤ ਵੀ ਸਾਡੇ ਸਰੀਰ ਵਿੱਚ ਹਰ ਵੇਲੇ ਮੌਜੂਦ ਰਹਿੰਦਾ ਹੈ ਪਰ ਦਿਖਾਈ ਨਹੀਂ ਦਿੰਦਾ। ਸੋ ਇਹ ਬੁੱਧੀ ਵੀ ਵਿਵੇਕ ਦੇ ਪਰਿਵਾਰ ਦਾ ਇੱਕ ਹਿੱਸਾ ਹੈ। ਅੱਗੇ ਆ ਗਿਆ ਵਿਚਾਰ। ਵਿਚਾਰ ਵੀ ਸਾਡੇ ਸਰੀਰ ਵਿੱਚ ਸੂਖਸ਼ਮ ਹੈ, ਭਾਵ ਨਾ ਦਿਸਣ ਵਾਲਾ ਤੱਤ ਹੈ। ਜੋ ਆਦਮੀ ਆਪਣੇ ਨਫੇ ਘਾਟੇ ਬਾਰੇ ਸੋਚਦਾ ਹੈ ਕਿ ਇਹ ਕਰਨ ਨਾਲ ਘਾਟਾ ਹੋਵੇਗਾ ਜਾਂ ਵਾਧਾ ਹੋਵੇਗਾ, ਉਸ ਨੂੰ ਹੀ ਵਿਚਾਰ ਆਖਦੇ ਹਨ। ਵਿਚਾਰ ਉਹ ਵਸਤੂ ਹੈ ਜਿਸ ਦੇ ਹੋਣ ਕਰਕੇ ਜੀਵ ਸਦਾ ਲਾਭ ਉਠਾਉਂਦਾ ਹੈ। ਜਿਸ ਆਦਮੀ ਕੋਲ ਵਿਚਾਰ ਵਸਤੂ ਨਹੀਂ ਹੈ ਉਹ ਹਮੇਸ਼ਾ ਹੀ ਘਾਟੇ ਵਿੱਚ ਰਹਿੰਦਾ ਹੈ। ਵਿਚਾਰ ਤੋਂ ਬਿਨਾਂ ਜੀਵ ਆਪਣਾ ਨਾਸ ਆਪ ਕਰ ਲੈਂਦਾ ਹੈ। ਵਿਦਿਆ ਭਾਵੇਂ ਪੜ੍ਹੀ ਹੋਵੇ ਪਰ ਜੇ ਮਨੁੱਖ ਕੋਲੇ ਵਿਚਾਰ ਨਾ ਹੋਵੇ ਤਾਂ ਵਿਦਿਆ ਕਿਸੇ ਕੰਮ ਦੀ ਨਹੀਂ ਹੈ। ਐਗਜ਼ਾਮਪਲੀ, ਜਿਵੇਂ ਉਦਾਹਰਨ ਦੇ ਤੌਰ 'ਤੇ ਆਪਾਂ ਦੇਖੋ ਕਿ ਇੱਕ ਜੋਤਸ਼ੀ ਸੀ ਜਿਸ ਨੇ ਬਹੁਤ ਸਾਰੀ ਵਿਦਿਆ ਪੜ੍ਹੀ ਹੋਈ ਸੀ। ਉਹ ਆਪਣੀ ਵਿਦਿਆ ਦੇ ਕਾਰਨ ਕਰਕੇ ਗੁਪਤ ਚੀਜ਼ ਨੂੰ ਵੀ ਜਿਹੜੀ ਨਹੀਂ ਦਿਸਦੀ ਉਹਦੇ ਬਾਰੇ ਦੱਸ ਦਿੰਦਾ ਸੀ। ਇਹੋ ਜਿਹੀ ਵਿਦਿਆ ਪੜ੍ਹਿਆ ਹੋਇਆ ਸੀ ਜੋਤਿਸ਼ ਕਰਕੇ। ਉਸ ਨੂੰ ਜੋਤਿਸ਼ ਦਾ ਬਹੁਤ ਗਿਆਨ ਸੀ। ਉਹ ਇੱਕ ਪਿੰਡ ਵਿੱਚ ਗਿਆ ਜਿੱਥੇ ਬਹੁਤ ਸਾਰੇ ਬੰਦੇ ਬੈਠੇ ਸਨ। ਉਹ ਉੱਥੇ ਜਾ ਕੇ ਬੈਠ ਗਿਆ। ਇੱਕ ਜ਼ਿਮੀਂਦਾਰ ਨੇ ਉਸ ਪੰਡਤ ਨੂੰ ਜੋਤਸ਼ੀ ਜਾਣ ਕੇ ਪੁੱਛਿਆ ਕਿ ਪੰਡਤ ਜੀ ਤੁਸੀਂ ਦੱਸੋ ਮੇਰੀ ਮੁੱਠੀ ਵਿੱਚ ਕੀ ਹੈ। ਪੰਡਤ ਨੇ ਜੋਤਿਸ਼ ਲਾ ਕੇ ਦੱਸਿਆ ਕਿ ਤੇਰੀ ਮੁੱਠੀ ਵਿੱਚ 4 ਲੱਤਾਂ ਵਾਲੀ ਕਾਲੀ ਚੀਜ਼ ਹੈ। ਤੇਰੀ ਮੁੱਠੀ ਵਿੱਚ 4 ਲੱਤਾਂ ਵਾਲੀ ਇੱਕ ਕਾਲੀ ਚੀਜ਼ ਹੈ। ਜ਼ਿਮੀਂਦਾਰ ਕਹਿੰਦਾ ਕਿ ਇਸ ਦਾ ਮਤਲਬ ਹੈ ਕਿ ਮੇਰੀ ਮੁੱਠੀ ਵਿੱਚ ਕੱਟਾ ਹੈ। ਜ਼ਿਮੀਂਦਾਰ ਕਹਿੰਦਾ ਕਿ ਤੁਹਾਡਾ ਮਤਲਬ ਹੈ ਕਿ ਮੇਰੀ ਮੁੱਠੀ ਦੇ ਵਿੱਚ ਕੱਟਾ। ਪੰਡਿਤ ਕਹਿੰਦਾ ਹਾਂ ਕੱਟਾ ਹੈ। ਜੱਟ ਨੇ ਮੁੱਠੀ ਖੋਲੀ ਤਾਂ ਵਿੱਚੋਂ ਕੀੜਾ ਨਿਕਲਿਆ। ਸਾਰੇ ਜੱਟ ਇਹ ਦੇਖ ਕੇ ਹੱਸ ਪਏ ਤੇ ਕਹਿਣ ਲੱਗੇ ਪੰਡਿਤ ਜੀ ਤੁਹਾਡੀ ਜੋਤਿਸ਼ ਤਾਂ ਠੀਕ ਹੈ ਪਰ ਇਸ ਦੀ ਮੁੱਠੀ ਵਿੱਚ 4 ਲੱਤਾਂ ਵਾਲੀ ਕਾਲੀ ਚੀਜ਼ ਹੀ ਸੀ। ਤੁਹਾਡੀ ਜੋਤਿਸ਼ ਬਿਲਕੁਲ ਸਹੀ ਹੈ, ਇਸ ਦੀ ਮੁੱਠੀ ਵਿੱਚ 4 ਲੱਤਾਂ ਵਾਲੀ ਕਾਲੀ ਚੀਜ਼ ਹੀ ਸੀ, ਪਰ ਤੁਸੀਂ ਇਹ ਵਿਚਾਰ ਨਹੀਂ ਕੀਤੀ ਕਿ ਭਲਾ ਇੱਕ ਕੱਟਾ ਮੁੱਠੀ ਦੇ ਵਿੱਚ ਕਿਵੇਂ ਆ ਸਕਦਾ। ਸੋ ਇਸ ਤਰ੍ਹਾਂ ਇਸ ਕਰਕੇ ਜੋ ਮਨੁੱਖ ਪਾਸ ਵਿਚਾਰ ਨਾ ਹੋਵੇ, ਪੜ੍ਹਿਆ ਜਿੰਨਾ ਮਰਜ਼ੀ ਹੋਵੇ,
ਪਰ ਵਿਚਾਰ ਨਾ ਹੋਵੇ, ਵਿਦਿਆ ਪੜ੍ਹੀ ਵੀ ਨਿਕੰਮੀ ਹੈ। ਇਸੇ ਤਰ੍ਹਾਂ ਜੋ ਇਸਤਰੀ ਪੁਰਸ਼ ਬਾਣੀ ਪੜ੍ਹਦੇ ਹਨ ਪਰ ਵਿਚਾਰ ਦਾ ਰਸ ਨਹੀਂ ਲੈਂਦੇ, ਉਹਨਾਂ ਦਾ ਬਾਣੀ ਪੜ੍ਹਨਾ ਉਤਨਾ ਲਾਭਦਾਇਕ ਨਹੀਂ ਜਿਤਨਾ ਵਿਚਾਰ ਕਰਕੇ ਲਾਭ ਹੁੰਦਾ ਹੈ। ਜਿਵੇਂ ਗੁਰੂ ਜੀ ਕਹਿੰਦੇ ਹਨ ਕਿ ਬਿਨ ਸੰਗਤ ਸਭ ਐਸੇ ਰਹੇ ਜੈਸੇ ਪਸ ਢੋਰ। ਸੰਗਤ ਬਿਨ ਸੰਗਤੀ ਸਭ ਐਸੇ ਰਹੇ ਜੈਸੇ ਪਸ ਢੋਰ। ਮਤਲਬ ਸੰਗਤੀ ਦਾ ਮਤਲਬ ਕਿ ਸੱਚੇ ਗੁਣਾਂ ਦੀ ਵਿਚਾਰ ਕਰਨੀ, ਸਤਿਪੁਰਸ਼ਾਂ ਦੇ ਕੋਲ ਬੈਠ ਕੇ ਵਿਚਾਰ ਕਰਨੀ, ਬਾਣੀ ਪੜ੍ਹ ਕੇ ਗਿਆਨ ਸੁਣ ਕੇ ਵਿਚਾਰ ਕਰਨੀ। ਜੋ ਜਿੰਨਾ ਚਿਰ ਅਸੀਂ ਕਿਸੇ ਦੀ ਸੰਗਤ ਨਹੀਂ ਕਰਾਂਗੇ ਤਾਂ ਸਮਝੋ ਸਭ ਕੁਝ ਜਾਣਦਿਆਂ ਹੋਇਆਂ ਵੀ ਅਸੀਂ ਪਸ਼ੂ ਹਾਂ ਅਤੇ ਢੋਰ ਮੂਰਖ ਗਵਾਰ ਹਾਂ। ਜਾਂ ਸਤਿਗੁਰੂ ਜੀ ਬਾਣੀ ਵਿੱਚ ਕਹਿੰਦੇ, ਭਾਈ ਰੇ ਗੁਰਮੁਖ ਬੂਝੈ ਕੋਏ, ਬਿਨ ਬੂਝੈ ਕਰਮ ਕਮਾਵਣੇ, ਜਨਮ ਪਦਾਰਥ ਖੋਏ। ਜਿਸ ਦਾ ਭਾਵ ਹੈ ਕਿ ਗੁਰੂ ਜੀ ਦੀ ਸੰਗਤ ਤੋਂ ਬਿਨਾਂ ਮਨੁੱਖ ਇਸ ਤਰ੍ਹਾਂ ਰਹਿੰਦਾ ਹੈ ਜਿਸ ਤਰ੍ਹਾਂ ਪਸ਼ੂ ਜਾਂ ਗਵਾਰ ਮੂਰਖ ਲੋਕ ਹੁੰਦੇ ਹਨ। ਕੋਈ ਵਿਰਲਾ ਗੁਰਮੁਖ ਹੀ ਇਸ ਗੱਲ ਨੂੰ ਸਮਝਦਾ ਹੈ, ਜੋ ਬਾਣੀ ਨੂੰ ਵਿਚਾਰ ਕੇ ਪੜ੍ਹਦਾ ਹੈ ਅਤੇ ਆਪਣੇ ਜੀਵਨ ਵਿੱਚ ਸੁੱਖ ਪਾਉਂਦਾ। ਨਹੀਂ ਤਾਂ ਬਿਨਾਂ ਸਮਝ ਵਿਚਾਰ ਤੋਂ ਹੀ ਅਸੀਂ ਕਰਮ ਕਮਾਈ ਜਾਂਦੇ ਹਾਂ ਅਤੇ ਆਪਣਾ ਅਮੋਲਕ ਜਨਮ ਬਿਰਥਾ ਗਵਾਈ ਜਾਂਦੇ ਹਾਂ। ਸੋ ਇਸ ਤਰ੍ਹਾਂ ਵਿਚਾਰ ਵੀ ਸਾਡੇ ਸਰੀਰ ਅੰਦਰ ਇੱਕ ਤੱਤ ਹੈ ਜੋ ਨਿਰੰਤਰ ਸਾਡੇ ਸਰੀਰ ਵਿੱਚ ਕੰਮ ਕਰਦਾ ਰਹਿੰਦਾ, ਪਰ ਇਹ ਦਿਖਾਈ ਨਹੀਂ ਦਿੰਦਾ। ਇਹ ਵੀ ਇੱਕ ਤੱਤ ਹੈ ਪਰ ਦਿਖਾਈ ਨਹੀਂ ਦਿੰਦਾ, ਕੰਮ ਕਰ ਰਿਹਾ ਸਾਡੇ ਸਰੀਰ ਵਿੱਚ। ਸੋ ਇਹ ਵੀ ਵਿਵੇਕ ਦੇ ਪਰਿਵਾਰ ਦਾ ਇੱਕ ਹਿੱਸਾ ਹੈ। ਅੱਗੇ ਆ ਗਿਆ ਸੰਤੋਖ। ਸੰਤੋਖ ਜੋ ਕਰਮਾਂ ਅਨੁਸਾਰ ਜੀਵ ਨੂੰ ਧਨ ਪਦਾਰਥ ਮਿਲੇ ਅਤੇ ਉਸੇ ਵਿੱਚ ਉਹ ਨਿਰਵਾਹ ਕਰੇ, ਉਸ ਦਾ ਨਾਮ ਹੀ ਸੰਤੋਖ ਹੈ। ਸੰਤੋਖੀ ਪੁਰਸ਼ ਇਹ ਨਹੀਂ ਕਹਿੰਦਾ ਕਿ ਮੈਨੂੰ ਪਰਮਾਤਮਾ ਨੇ ਥੋੜ੍ਹੀ ਮਾਇਆ ਦਿੱਤੀ ਹੈ ਅਤੇ ਫਲਾਣੇ ਪੁਰਸ਼ ਨੂੰ ਜ਼ਿਆਦਾ ਦਿੱਤੀ ਹੈ। ਜਿਵੇਂ ਸਤਿਗੁਰਾਂ ਜੀ ਦੀ ਬਾਣੀ ਦਾ ਪਾਵਨ ਵਾਕ ਹੈ ਕਿ ਸੱਚ ਮਿਲੈ ਸੰਤੋਖੀਆ। ਸੱਚ ਮਿਲੈ ਸੰਤੋਖੀਆ, ਹਰਿ ਜਪ ਏਕੈ ਭਾਏ। ਭਾਵ ਜਿਨ੍ਹਾਂ ਨੇ ਭਾਵਨਾ ਕਰਕੇ ਇੱਕ ਹਰੀ ਦੇ ਨਾਮ ਨੂੰ ਜਪਿਆ ਹੈ, ਉਹਨਾਂ ਸੰਤੋਖੀਆਂ ਨੂੰ ਹੀ ਸੱਚੇ ਵਾਹਿਗੁਰੂ ਦੀ ਪ੍ਰਾਪਤੀ ਹੋਈ ਹੈ। ਅੱਗੇ ਵਾਹਿਗੁਰੂ ਜੀ ਹੋਰ ਕਹਿੰਦੇ ਹਨ ਸਤਿਗੁਰੂ ਜੀ ਬਾਣੀ ਵਿੱਚ ਕਿ ਮਨ ਸੰਤੋਖ ਸ਼ਬਦ ਗੁਰ ਰਾਜੇ, ਜਪ ਗੋਬਿੰਦ ਪੜ੍ਹਦੇ ਸਭ ਕਾਜੇ। ਭਾਵ ਕਿ ਜੋ ਗੁਰੂ ਦੇ ਸ਼ਬਦ ਨੂੰ ਜਪ ਕੇ ਰੱਜ ਗਏ ਹਨ, ਉਹਨਾਂ ਦੇ ਮਨ ਵਿੱਚ ਹੀ ਸੰਤੋਖ ਨੇ ਨਿਵਾਸ ਕੀਤਾ। ਸਾਹਿਬ ਜੀ ਹੋਰ ਵੀ ਕਹਿੰਦੇ ਹਨ, ਸੱਬਰ ਇਹੋ ਸੁਆਓ ਜੇ ਤੂੰ ਬੰਦਾ ਦਿੜ ਕਰੇ, ਵਧ ਥੀਵੇ ਦਰਿਆਓ ਟੁੱਟ ਨਾ ਥੀਵੇ ਵਾਹੜਾ। ਮਤਲਬ ਸਬਰ ਸੰਤੋਖ ਦਾ ਸਵਾਦ ਉਹ ਲੋਕ ਜਾਣਦੇ ਹਨ, ਸਬਰ ਸੰਤੋਖ ਦਾ ਸਵਾਦ ਉਹ ਲੋਕ ਜਾਣਦੇ ਹਨ ਜਿਨ੍ਹਾਂ ਬੰਦਿਆਂ ਨੇ ਸੱਚ ਨੂੰ ਹਿਰਦੇ ਵਿੱਚ ਦ੍ਰਿੜ ਕੀਤਾ। ਸੰਤੋਖ ਹੀ ਜੀਵਨ ਦਾ ਮਨੋਰਥ ਹੈ। ਜੇਕਰ ਜੀਵ ਇਸ ਨੂੰ ਆਪਣੇ ਹਿਰਦੇ ਵਿੱਚ ਪੱਕਾ ਕਰ ਲਵੇ ਸੰਤੋਖ ਨੂੰ, ਤਾਂ ਇਸ ਤਰ੍ਹਾਂ ਉਹ ਇੱਕ ਵੱਡਾ ਦਰਿਆ ਹੋ ਕੇ ਵਗਦਾ। ਉਹ ਕਦੇ ਨਦੀ ਨਾਲਾ ਨਹੀਂ ਬਣਦਾ। ਜਿਸ ਦੇ ਹਿਰਦੇ ਦੇ ਵਿੱਚ ਸੰਤੋਖ ਹੈ ਉਹ ਦਰਿਆ ਵਾਂਗ ਹੈ, ਉਹ ਨਦੀ ਨਾਲਾ ਨਹੀਂ ਹੈ। ਉਹ ਹਰ ਚੀਜ਼ ਦੇ ਵਿੱਚ ਸਬਰ ਤੇ ਸੰਤੋਖ ਰੱਖਦਾ ਹੈ। ਦੁਨੀਆ ਵਿੱਚ ਸਭ ਤੋਂ ਵੱਡੀ ਚੀਜ਼ ਸੰਤੋਖ ਹੈ। ਜੋ ਆਦਮੀ ਸੰਤੋਖੀ ਹੋਵੇ, ਸਾਰੇ ਲੋਕ ਉਸ ਦੀ ਉਸਤਤ ਕਰਦੇ ਹਨ, ਅਤੇ ਜੋ ਮਹਾਤਮਾ ਸੰਤੋਖੀ ਹੋਵੇ ਤਾਂ ਲੋਕ ਉਹਨਾਂ ਪਾਸ ਅਨੇਕਾਂ ਤਰ੍ਹਾਂ ਦੇ ਪਦਾਰਥ ਲੈ ਕੇ ਜਾਂਦੇ ਹਨ। ਪਰ ਜੇਕਰ ਕੋਈ ਸੰਤੋਖੀ ਸੰਤਾਂ ਦਾ ਆਦਰ ਨਾ ਵੀ ਕਰੇ, ਜੇ ਪਦਾਰਥ ਨਾ ਵੀ ਲੈ ਕੇ ਜਾਵੇ ਕੋਈ, ਜਾਂ ਉਹਨਾਂ ਨੂੰ ਪਦਾਰਥ ਨਾ ਵੀ ਦੇਵੇ, ਸੰਤੋਖੀ ਪੁਰਸ਼ਾਂ ਨੂੰ ਉਹਨਾਂ ਦਾ ਆਦਰ, ਸੰਤੋਖੀ ਬੰਦੇ ਦਾ ਆਦਰ ਕੋਈ ਨਾ ਵੀ ਕਰੇ, ਤਾਂ ਸਤਿਪੁਰਖ ਸੰਤ ਮਹਾਂਪੁਰਖ ਫਿਰ ਆਪਣਾ ਸੰਤੋਖਪੁਣਾ ਨਹੀਂ ਛੱਡਦੇ।
ਜਿਵੇਂ ਇੱਕ ਵਾਰ ਇੱਕ ਸੰਤ ਇੱਕ ਨਗਰ ਵਿੱਚ ਗਏ ਤਾਂ ਉਸ ਨਗਰ ਦੇ ਵਿੱਚ ਵਿਆਹ ਸ਼ਾਦੀ ਦਾ ਪ੍ਰੋਗਰਾਮ ਚੱਲ ਰਿਹਾ ਸੀ। ਸਾਰੇ ਪਿੰਡ ਦਾ ਭੋਜਨ ਉਸ ਪਿੰਡ ਘਰ ਦੇ ਵਿੱਚ ਸੀ। ਮਹਾਂਪੁਰਖ ਵੀ ਉਸ ਘਰ ਵਿੱਚ ਚਲੇ ਗਏ, ਪਰ ਉਸ ਘਰ ਦੇ ਲੋਕਾਂ ਨੇ ਸੰਤਾਂ ਨੂੰ ਭੋਜਨ ਨਾ ਛਕਾਇਆ ਤੇ ਧੱਕੇ ਮਾਰ ਕੇ ਕੱਢ ਦਿੱਤਾ। ਕਿਉਂਕਿ ਧੱਕੇ ਮਾਰ ਕੇ ਕੱਢਦਾ ਮਤਲਬ ਕਿ ਉਹ ਸੰਤ ਦੇ ਮਹਿੰਗੇ ਕੱਪੜੇ ਨਹੀਂ ਪਾਏ ਸਨ, ਸੰਤ ਦੀ ਟੌਰ ਨਹੀਂ ਕੱਢੀ ਹੋਈ ਸੀ, ਹੈ ਨਾ। ਸੰਤ ਦਾ ਮਤਲਬ ਫਕੀਰੀ ਲਿਬਾਸ ਸੀ ਉਹਨਾਂ ਦਾ, ਤੇ ਫਕੀਰੀ ਲਿਬਾਸ ਭਿਖਾਰੀਆਂ ਵਾਂਗੂ ਹੀ ਦਿਖਦਾ ਹੁੰਦਾ ਹੈ। ਅੱਜ ਕੱਲ੍ਹ ਤਾਂ ਸੰਤਾਂ ਮਹਾਂਪੁਰਖਾਂ ਦੀ ਬੜੀ ਮਹਿੰਗੇ ਮਹਿੰਗੇ ਕੱਪੜੇ ਪਾਏ ਹੁੰਦੇ ਆ। ਰਾਜਾ ਮਹਾਰਾਜਾ ਵਰਗੀ ਠਾਠ ਬਾਠ 'ਚ ਰਹਿੰਦੇ ਆ। ਕਿਰਤ ਵਿਰਤ ਕਰਨ ਵਾਲਾ 10 ਕਿੱਲਿਆਂ ਦਾ ਮਾਲਕ 20 ਕਿੱਲਿਆਂ ਦੇ ਮਾਲਕ ਕੋਲੇ ਉਹ ਜੀ ਗੱਡੀ ਨਹੀਂ ਹੁੰਦੀ ਜਿਹੜੀ ਅੱਜ ਕੱਲ੍ਹ ਦੇ ਸੰਤਾਂ ਮਹਾਂਪੁਰਖਾਂ ਕੋਲ ਹੁੰਦੀਆਂ। ਮਹਿੰਗੀਆਂ ਮਹਿੰਗੀਆਂ ਗੱਡੀਆਂ, ਰਾਜੇ ਮਹਾਰਾਜਿਆਂ ਵਰਗਾ ਜੀਵਨ। ਸੋ ਪਰ ਇਹ ਸੰਤੋਖੀ ਸੰਤਾਂ ਦੇ ਕੋਲੇ ਫਕੀਰੀ ਲਿਬਾਸ ਸੀ, ਜਿਸ ਕਰਕੇ ਲੋਕਾਂ ਨੇ ਮੰਗ ਤਾਂ ਜਾਣ ਕੇ ਉਹਨੂੰ ਘਰੋਂ ਕੱਢਤਾ। ਸੋ ਧੱਕੇ ਮਾਰੇ ਉਹ ਸੰਤੋਖੀ ਸੰਤ ਆਪਣੀ ਕੁਟੀਆ ਵਿੱਚ ਆ ਬੈਠਾ ਤੇ ਭਜਨ ਕਰਨ ਲੱਗਾ। ਵਾਹਿਗੁਰੂ ਪਰਮੇਸ਼ਰ ਨੇ ਦੇਖਿਆ ਕਿ ਮੇਰੇ ਸੰਤ ਦੀ, ਮੇਰੇ ਪਿਆਰੇ ਦੀ ਲੋਕਾਂ ਨੇ ਨਿਰਾਦਰ ਕੀਤਾ, ਤਾਂ ਉਹਨਾਂ ਨੇ ਦੇਵਗਣਾਂ ਨੂੰ ਭੇਜਿਆ ਕਿ ਨਗਰ ਵਾਲਿਆਂ ਨੇ ਮੇਰੇ ਸੰਤ ਦਾ ਨਿਰਾਦਰ ਕੀਤਾ ਤੇ ਤੁਸੀਂ ਜਾ ਕੇ ਉਸ ਨਗਰ ਨੂੰ ਜਲਾ ਦੇਵੋ। ਰਾਤ ਦੇ ਸਮੇਂ ਬਹੁਤ ਸਾਰੇ ਦੇਵਗਣ ਮਨੁੱਖਾਂ ਦਾ ਭੇਖ ਧਾਰਨ ਕਰਕੇ ਹੱਥ ਵਿੱਚ ਮਸਾਲਾਂ ਫੜੀ ਜਾ ਰਹੇ ਸਨ ਸੰਤਾਂ ਦੀ ਕੁਟੀਆ ਦੇ ਕੋਲ ਦੀ। ਸੰਤਾਂ ਨੇ ਦੇਖਿਆ ਕਿ ਇਸ ਵੇਲੇ ਇਤਨੇ ਮਨੁੱਖ ਮਸਾਲਾਂ ਲੈ ਕੇ ਜਾ ਰਹੇ ਆ, ਠੀਕ ਨਹੀਂ ਲੱਗਦਾ। ਉਹਨਾਂ ਨੂੰ ਜਾ ਕੇ ਪੁੱਛਿਆ, ਭਾਈ ਤੁਸੀਂ ਕੌਣ ਆ? ਕਹਿੰਦੇ ਜੀ ਅਸੀਂ ਦੇਵਗਣ ਆ, ਪਰਮੇਸ਼ਰ ਨੇ ਸਾਨੂੰ ਭੇਜਿਆ ਤੇ ਇਸ ਨਗਰ ਵਾਲਿਆਂ ਨੇ ਤੁਹਾਡਾ ਨਿਰਾਦਰ ਕੀਤਾ ਤੇ ਪਰਮੇਸ਼ਰ ਨੇ ਕਿਹਾ ਵੀ ਸਾਰਾ ਨਗਰ ਨੂੰ ਸਾੜ ਦਿਓ। ਮਹਾਂਪੁਰਖ ਕਹਿੰਦੇ ਚਲੋ ਮੈਨੂੰ ਇੱਕ ਮਿਸਾਲ ਦਿਓ, ਮੈਂ ਵੀ ਤੁਹਾਡੇ ਨਾਲ ਚੱਲਦਾ, ਮੈਂ ਵੀ ਸਾੜਾਂਗਾ। ਸੰਤਾਂ ਨੇ ਉਹਨਾਂ ਕੋਲ ਮਿਸਾਲ ਫੜ ਕੇ ਉਹਨਾਂ ਦੇ ਅੱਗੇ ਹੋ ਕੇ ਖੜ ਕੇ ਕਹਿੰਦੇ ਤੁਸੀਂ ਵਾਪਸ ਚਲੇ ਜਾਓ, ਨਹੀਂ ਮੈਂ ਤੁਹਾਨੂੰ ਸਾੜ ਕੇ ਸਵਾਹ ਕਰ ਦੇਵਾਂਗਾ। ਇਸ ਵਿੱਚ ਪਿੰਡ ਵਾਲਿਆਂ ਦਾ ਕੋਈ ਕਸੂਰ ਨਹੀਂ ਹੈ। ਜਿਸ ਪਰਮੇਸ਼ਰ ਨੂੰ ਮੇਰੇ ਨਿਰਾਦਰ ਦੀ ਚਿੰਤਾ ਹੈ, ਉਸ ਪਰਮੇਸ਼ਰ ਨੇ ਉਹਨਾਂ ਲੋਕਾਂ ਦੇ ਮਨ ਵਿੱਚ ਦਾਨ ਕਰਨ ਲਈ ਪ੍ਰੇਰਨਾ ਪੈਦਾ ਕਿਉਂ ਨਹੀਂ ਕੀਤੀ? ਉਹਨਾਂ ਨੂੰ ਇਹੋ ਜਿਹੀ ਬੁੱਧੀ ਕਿਉਂ ਨਹੀਂ ਦਿੱਤੀ? ਇਹ ਸੁਣ ਕੇ ਦੂਤ ਵਾਪਸ ਚਲੇ ਗਏ। ਸੋ ਵਿਚਾਰ ਲੰਬੀ ਆ, ਆਪਾਂ ਇੱਥੇ ਸੰਤੋਖ ਤੱਕ ਹੀ ਸੀਮਤ ਰੱਖਦੇ ਹਾਂ ਕਿ ਜੇ ਜੀਵ ਦੁਨੀਆ ਵਿੱਚ ਆ ਕੇ ਸੰਤੋਖ ਧਾਰਨ ਕਰ ਲਵੇ ਤਾਂ ਬੜਾ ਪ੍ਰਸੰਨ ਰਹਿੰਦਾ ਮਨੁੱਖ, ਜੇ ਨਾ ਕਰੇ ਤਾਂ ਦੁਖੀ ਰਹਿੰਦਾ। ਜੋ ਲੋਭ ਹੈ ਉਹ ਸੰਤੋਖ ਦਾ ਵੈਰੀ ਆ। ਸੰਤੋਖ ਵਿਵੇਕੀ ਦਾ ਸਾਥੀ ਹੈ। ਇਸ ਲਈ ਸੰਤੋਖ ਵੀ ਸਾਡੇ ਸਰੀਰ ਦਾ ਇੱਕ ਤੱਤ ਗੁਣ ਹੈ ਅਤੇ ਸਾਡੇ ਸਰੀਰ ਵਿੱਚ ਨਾ ਦਿਸਣ ਵਾਲੀ ਵਸਤੂ ਹੈ, ਜੋ ਸਾਡੇ ਸਰੀਰ ਵਿੱਚ ਕੰਮ ਕਰ ਰਿਹਾ ਪਰ ਦਿਸਦਾ ਨਹੀਂ। ਇਹ ਵੀ ਵਿਵੇਕ ਦੇ ਪਰਿਵਾਰ ਦਾ ਇੱਕ ਹਿੱਸਾ ਹੈ। ਅੱਗੇ ਸ਼ਰਧਾ, ਇਸੇ ਤਰ੍ਹਾਂ ਸ਼ਰਧਾ ਸਾਡੇ ਸਰੀਰ ਵਿੱਚ ਪੈਦਾ ਹੋਣ ਵਾਲੀ ਚੀਜ਼ ਹੈ, ਜਿਸ ਦਾ ਕੋਈ ਰੰਗ ਰੂਪ ਨਹੀਂ ਹੈ। ਭਰੋਸਾ ਵੀ ਸ਼ਰਧਾ ਦਾ ਦੂਜਾ ਰੂਪ ਹੈ। ਪਰ ਸਿਆਣੇ ਕਹਿੰਦੇ ਹਨ ਕਿ ਭਰੋਸਾ ਕੱਚਾ ਹੁੰਦਾ ਹੈ ਤੇ ਸ਼ਰਧਾ ਪੱਕੀ ਹੁੰਦੀ ਹੈ। ਜਿਵੇਂ ਚੀਕੂ ਉੱਪਰ ਤੋਂ ਨਰਮ ਹੁੰਦਾ ਤੇ ਅੰਦਰ ਤੋਂ ਬੀਜ ਬਹੁਤ ਸਖਤ ਹੁੰਦਾ। ਭਰੋਸਾ ਛਿਲਕਾ ਹੈ ਤੇ ਸ਼ਰਧਾ ਬੀਜ ਹੈ। ਸ਼ਰਧਾ ਕਦੇ ਵੀ ਨਹੀਂ ਟੁੱਟਦੀ, ਪਰ ਭਰੋਸਾ ਬਹੁਤ ਵਾਰੀ ਟੁੱਟ ਜਾਂਦਾ। ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਤੂੰ ਮੇਰਾ ਭਰੋਸਾ ਤੋੜ ਦਿੱਤਾ, ਜਾਂ ਇਹ ਕਹਿ ਦਿੰਦੇ ਹਾਂ ਕਿ ਮੇਰਾ ਫਲਾਣੇ ਬੰਦੇ ਤੋਂ ਭਰੋਸਾ ਟੁੱਟ ਗਿਆ। ਪਰ ਰੱਬ ਦੀ ਹੋਂਦ ਦਾ ਵਿਸ਼ਵਾਸ, ਸ਼ਰਧਾ ਅਤੇ ਡਰ, ਇਹ ਗੁਨਾਹਗਾਰ ਤੇ ਪਾਪੀਆਂ ਦੇ ਮਨ ਵਿੱਚ ਵੀ ਹੁੰਦਾ। ਜਿੰਨਾ ਮਰਜ਼ੀ ਗੁਨਾਹਗਾਰ ਬੰਦਾ ਹੋਵੇ, ਜਿੰਨਾ ਮਰਜ਼ੀ ਪਾਪੀ ਬੰਦਾ ਹੋਵੇ, ਉਹਦੇ ਹਿਰਦੇ ਦੇ ਵਿੱਚ ਰੱਬ ਦਾ
ਭਰੋਸਾ ਜ਼ਰੂਰ ਹੁੰਦਾ। ਚੋਰ ਵੀ ਰੱਬ 'ਤੇ ਸ਼ਰਧਾ ਰੱਖ ਕੇ ਚੋਰੀ ਕਰਦਾ, ਭਰੋਸਾ ਕਰਦਾ। ਇਹਨਾਂ ਲੋਕਾਂ ਦੇ ਅੰਦਰ ਵੀ ਉਸ ਦਾ ਡਰ ਹੁੰਦਾ। ਇਹਨਾਂ ਲੋਕਾਂ ਨੂੰ ਵੀ ਇੱਕ ਦੂਜੇ 'ਤੇ ਸ਼ਰਧਾ ਹੁੰਦੀ ਹੈ। ਜਿਵੇਂ ਚੋਰ ਲੋਕ, ਡਾਕੂ ਲੋਕ ਇੱਕ ਦੂਜੇ 'ਤੇ ਵਿਸ਼ਵਾਸ ਕਰਦੇ। ਅੰਡਰਵਰਲਡ ਦੇ ਲੋਕ ਲੱਖਾਂ ਦਾ ਬਿਜ਼ਨਸ ਕਰਦੇ, ਸੋਨੇ ਦਾ ਬਿਜ਼ਨਸ ਕਰਦੇ ਆ, ਹੀਰੇ ਦਾ, ਮਹਿੰਗੀਆਂ ਚੀਜ਼ਾਂ ਦਾ ਬਿਜ਼ਨਸ ਵਿਸ਼ਵਾਸ 'ਤੇ ਕਰਦੇ ਆ। ਸ਼ਰਧਾ ਮੀਨਸ ਵਿਸ਼ਵਾਸ, ਇੱਕ ਦੂਜੇ 'ਤੇ ਵਿਸ਼ਵਾਸ। ਉਹਨਾਂ ਨੂੰ ਵੀ ਵਿਸ਼ਵਾਸ ਉਹਨਾਂ ਦੇ ਅੰਦਰ ਵੀ ਹੈ, ਪਰ ਉਹ ਅਲੱਗ ਹੈ ਵੀ ਹੋਰ ਤਰੀਕੇ ਦਾ। ਪਰ ਉਹ ਵਿਸ਼ਵਾਸ ਸ਼ਰਧਾ ਟੁੱਟੀ ਨਹੀਂ ਹੁੰਦੀ, ਟੁੱਟਦੀ ਨਹੀਂ, ਪਰ ਭਰੋਸਾ ਟੁੱਟ ਜਾਂਦਾ। ਇਸ ਲਈ ਸ਼ਰਧਾ ਪੱਕੀ ਹੁੰਦੀ ਹੈ ਜੋ ਕਦੇ ਟੁੱਟਦੀ ਨਹੀਂ। ਇਸ ਲਈ ਸ਼ਰਧਾ ਵੀ ਸਾਡੇ ਸਰੀਰ ਦਾ ਇੱਕ ਤੱਤ ਹੈ ਜੋ ਸਾਡੇ ਅੰਦਰ ਕੰਮ ਤਾਂ ਕਰਦਾ ਹੈ ਪਰ ਦਿਖਾਈ ਨਹੀਂ ਦਿੰਦਾ। ਸ਼ਰਧਾ ਸਾਡੇ ਅੰਦਰ ਕੰਮ ਤਾਂ ਕਰਦੀ ਹੈ ਪਰ ਦਿਖਾਈ ਨਹੀਂ ਦਿੰਦੀ। ਇਹ ਵੀ ਇੱਕ ਤੱਤ ਗੁਣ ਹੈ। ਇਹ ਵੀ ਵਿਵੇਕ ਦੇ ਪਰਿਵਾਰ ਦਾ ਇੱਕ ਹਿੱਸਾ ਹੈ। ਅੱਗੇ ਆ ਗਈ ਸ਼ਾਂਤੀ। ਜਦੋਂ ਕੋਈ ਪੁਰਸ਼ ਕ੍ਰੋਧ ਵਿੱਚ ਆ ਕੇ ਮਾਰਨ ਲੱਗੇ ਕਿਸੇ ਨੂੰ, ਬੋਲ ਕਬੋਲ ਜਾਂ ਗਾਲੀ ਗਲੋਚ ਕਰੇ, ਇਹਨਾਂ ਸਾਰੀਆਂ ਚੀਜ਼ਾਂ ਨੂੰ ਧੀਰਜ ਨਾਲ ਸਹਿ ਲੈਣ ਦਾ ਨਾਮ ਹੀ ਸ਼ਾਂਤੀ ਹੈ। ਬੋਲ ਕਬੋਲ, ਗਾਲੀ ਗਲੋਚ, ਇਹਨਾਂ ਸਾਰੀਆਂ ਚੀਜ਼ਾਂ ਨੂੰ ਬਰਦਾਸ਼ਤ ਕਰਨ ਲੈਣਾ ਹੀ ਸ਼ਾਂਤੀ ਹੈ। ਧੀਰਜ ਸ਼ਾਂਤੀ ਦਾ ਦੂਜਾ ਨਾਮ ਹੈ। ਧੀਰਜ ਅਤੇ ਸ਼ਾਂਤੀ ਇੱਕੋ ਚੀਜ਼ ਦੇ ਦੋ ਨਾਮ ਹਨ। ਦੁਨੀਆ ਦਾ ਔਖੇ ਤੋਂ ਔਖਾ ਕੰਮ ਮਨੁੱਖ ਸ਼ਾਂਤੀ ਦੇ ਨਾਲ ਕਰ ਲੈਂਦਾ। ਜਿੱਥੇ ਤੀਰ ਤਲਵਾਰ ਬੰਦੂਕ ਕੰਮ ਨਹੀਂ ਕਰਦੇ, ਉੱਥੇ ਸ਼ਾਂਤੀ ਕੰਮ ਕਰ ਜਾਂਦੀ ਹੈ। ਜਿੱਥੇ ਬੋਲ ਕੰਮ ਨਹੀਂ ਕਰਦੇ, ਉੱਥੇ ਸ਼ਾਂਤੀ ਦੀ ਚੁੱਪ ਕੰਮ ਕਰ ਜਾਂਦੀ ਹੈ। ਅਤੇ ਸ਼ਾਂਤੀ ਮਨੁੱਖ ਨੂੰ ਪਰਮਾਤਮਾ ਦਾ ਨਾਮ ਜਪ ਕੇ ਹੀ ਮਿਲਦੀ ਹੈ। ਇਹ ਜੋ ਸ਼ਾਂਤੀ ਹੈ, ਇਹ ਮਨੁੱਖ ਨੂੰ ਪਰਮਾਤਮਾ ਦਾ ਨਾਮ ਜਪ ਕੇ ਹੀ ਮਿਲਦੀ ਹੈ। ਈਰ ਖਾਲੂ ਬ੍ਰਾਹਮਣਾਂ ਨੇ ਕਬੀਰ ਜੀ ਨੂੰ ਸੰਗਲਾਂ ਨਾਲ ਬੰਨ੍ਹ ਕੇ ਗੰਗਾ ਵਿੱਚ ਸੁੱਟਿਆ। ਨਾਮਦੇਵ ਜੀ ਨੂੰ ਹਾਥੀ ਅੱਗੇ ਸੁੱਟਿਆ। ਪਰ ਉਹਨਾਂ ਦੇ ਅੰਦਰ ਜੋ ਪਰਮਾਤਮਾ ਦੀ ਲਿਵ ਲੱਗਣ ਕਰਕੇ ਜਿਹੜੀ ਸ਼ਾਂਤੀ ਸੀ, ਉਸਨੇ ਉਹਨਾਂ ਦੀ ਜਿੱਤ ਕਰਵਾ ਦਿੱਤੀ। ਭਾਈ ਮਨੀ ਸਿੰਘ ਜੀ ਅਤੇ ਹੋਰ ਸ਼ਹੀਦ ਸਿੰਘਾਂ ਦੇ ਅੰਦਰ ਵੀ ਇਹੋ ਹੀ ਸ਼ਾਂਤੀ ਸੀ, ਜਿਸ ਕਰਕੇ ਉਹ ਗੁਰੂ ਨੂੰ ਪਿਆਰੇ ਹੋ ਗਏ ਅਤੇ ਦੁਨੀਆ 'ਤੇ ਜਸ ਰੂਪੀ ਨਾਮਣਾ ਖੱਟਿਆ। ਇਹ ਵਾਹਿਗੁਰੂ ਦਾ ਨਾਮ ਜਪ ਕੇ ਹੀ ਪ੍ਰਾਪਤ ਹੋਈ ਸ਼ਾਂਤੀ। ਸੋ ਸ਼ਾਂਤੀ ਕਰਕੇ ਜੀਵ ਉੱਚ ਅਵਸਥਾ ਪ੍ਰਾਪਤ ਕਰ ਲੈਂਦਾ। ਸ਼ਾਂਤੀ ਤੇ ਧੀਰਜ ਰੱਖ ਕੇ ਹੀ ਮਨੁੱਖ ਕਈ ਬਿਮਾਰੀਆਂ ਤੋਂ ਬਚ ਕੇ ਤੰਦਰੁਸਤ ਰਹਿੰਦਾ। ਗੁਰੂ ਜੀ ਦਾ ਪਾਵਨ ਬਚਨ ਹੈ ਕਿ ਕਾਮ ਕ੍ਰੋਧ ਕਾਇਆ ਕੋ ਗਾਲੈ, ਜੋ ਕੰਚਨ ਸੁਹਾਗਾ ਢਾਲੈ। ਭਾਵ ਕਾਮ ਦੇ ਵਿਸ਼ੇ ਭੋਗ ਸਰੀਰ ਨੂੰ ਰੋਗੀ ਬਣਾ ਕੇ ਗਾਲ ਦਿੰਦੇ ਆ। ਜਿਵੇਂ ਸੁਹਾਗਾ ਸੋਨੇ ਨੂੰ ਢਾਲ ਦਿੰਦਾ। ਮਨੁੱਖ ਸਮੇਂ ਤੋਂ ਪਹਿਲਾਂ ਬੁੱਢਾ ਤੇ ਬਿਮਾਰ ਦਿਸਣ ਲੱਗ ਪੈਂਦਾ ਤੇ ਚਿਹਰੇ 'ਤੇ ਝੁਰੜੀਆਂ ਜਿਹੀਆਂ ਦਿਸਣ ਲੱਗ ਜਾਂਦੀਆਂ ਅਤੇ ਮਾਸ ਲਮਕਣ ਲੱਗ ਜਾਂਦਾ। ਸ਼ਾਂਤੀ ਮਨੁੱਖ ਦੇ ਜੀਵਨ ਵਾਸਤੇ ਐਂਟੀਬਾਇਓਟਿਕ ਮੈਡੀਸਨ ਹੈ। ਸ਼ਾਂਤੀ ਮਨੁੱਖ ਦੇ ਜੀਵਨ ਵਾਸਤੇ ਐਂਟੀਬਾਇਓਟਿਕ ਮੈਡੀਸਨ ਹੈ, ਜੋ ਸਾਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾ ਕੇ ਰੱਖਦੀ ਹੈ। ਸ਼ਾਂਤੀ ਮਨੁੱਖ ਦੇ ਅੰਦਰ ਇੱਕ ਇਹੋ ਜਿਹਾ ਗੁਣ ਹੈ ਜਿਸ ਦੇ ਰਾਹੀਂ ਉਹ ਕਿਸੇ ਵੀ ਮੰਜ਼ਿਲ 'ਤੇ ਪਹੁੰਚ ਜਾਂਦਾ। ਸੋ ਸ਼ਾਂਤੀ ਰੂਪੀ ਗੁਣ ਵੀ ਸਥੂਲ ਤੌਰ 'ਤੇ ਦਿਖਾਈ ਨਹੀਂ ਦਿੰਦਾ। ਇਸ ਦਾ ਕੋਈ ਰੂਪ ਰੰਗ ਨਹੀਂ ਹੈ, ਪਰ ਇਹ ਸਾਡੇ ਸਰੀਰ ਵਿੱਚ ਤੱਤ ਗੁਣ ਹੈ ਤੇ ਕੰਮ ਕਰ ਰਿਹਾ। ਇਹ ਵੀ ਵਿਵੇਕ ਦੇ ਪਰਿਵਾਰ ਦਾ ਇੱਕ ਹਿੱਸਾ ਹੈ। ਅੱਗੇ ਆ ਗਈ ਕਰੁਣਾ। ਕਰੁਣਾ ਮਤਲਬ ਦਇਆ। ਦਇਆ ਕਹਿ ਲਓ, ਕਰੁਣਾ ਕਹਿ ਲਓ, ਇੱਕੋ ਗੱਲ। ਅਨਾਥਾਂ, ਗਰੀਬਾਂ ਤੇ ਲੋੜਵੰਦਾਂ ਉੱਪਰ ਦਇਆ ਕਰਨੀ, ਇਸ ਦਾ ਨਾਮ ਹੀ ਕਰੁਣਾ ਹੈ। ਕਰੁਣਾ ਅਤੇ ਦਇਆ ਇੱਕੋ ਚੀਜ਼ ਦੇ ਦੋ ਨਾਮ ਹਨ। ਜੀਵਾਂ ਉੱਪਰ ਕਰੁਣਾ ਕਰਨੀ, ਦਇਆ ਕਰਨੀ ਹੀ ਧਰਮ ਹੈ। ਜੀਵਾਂ ਉੱਪਰ ਦਇਆ ਕਰਨੀ ਹੀ ਧਰਮ ਹੈ।
ਜਿੱਥੇ ਦਇਆ ਹੈ ਉੱਥੇ ਹੀ ਧਰਮ ਦਾ ਨਿਵਾਸ ਹੁੰਦਾ ਹੈ। ਗੁਰੂ ਨਾਨਕ ਦੇਵ ਜੀ ਦਾ ਬਚਨ ਹੈ ਕਿ ਧੌਲ ਧਰਮ ਦਇਆ ਕਾ ਪੂਤ, ਭਾਵ ਧਰਮ ਦਇਆ ਦਾ ਪੁੱਤਰ ਹੈ। ਜਦੋਂ 10ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ 5 ਪਿਆਰਿਆਂ ਦੀ ਚੋਣ ਕੀਤੀ ਤਾਂ ਉਹਨਾਂ ਦੇ ਨਾਮ ਵੀ ਕੁਝ ਇਸੇ ਤਰ੍ਹਾਂ ਹੀ ਆਏ ਆ। ਭਾਈ ਦਇਆ ਸਿੰਘ, ਭਾਵ ਦਇਆ ਕਰਨਾ। ਜਿੱਥੇ ਦਇਆ ਹੋਵੇ ਉੱਥੇ ਧਰਮ ਸਿੰਘ, ਜਿੱਥੇ ਦਇਆ ਹੋਵੇ ਉੱਥੇ ਭਾਈ ਧਰਮ ਸਿੰਘ, ਭਾਵ ਉੱਥੇ ਧਰਮ ਆਪਣੇ ਆਪ ਹੀ ਆ ਜਾਂਦਾ ਹੈ। ਅਤੇ ਜਿੱਥੇ ਧਰਮ ਹੋਵੇ ਉੱਥੇ ਭਾਈ ਹਿੰਮਤ ਸਿੰਘ ਜੀ, ਭਾਵ ਉੱਥੇ ਭਲੇ ਕਰਮ ਕਰਨ ਦੀ ਹਿੰਮਤ ਆਪਣੇ ਆਪ ਹੀ ਆ ਜਾਂਦੀ ਹੈ। ਭਾਈ ਮੋਹਕਮ ਸਿੰਘ ਜੀ ਤੋਂ ਭਾਵ ਕਿ ਉਸ ਨੂੰ ਉਦਮੀ ਜਾਣ ਕੇ ਬਹੁਤ ਸਾਰੇ ਲੋਕ ਉਸ ਨੂੰ ਹਿੰਮਤ ਵਾਲਾ ਜਾਣ ਕੇ ਉਸ ਨੂੰ ਆਪਣਾ ਮੋਹਕਮ ਭਾਵ ਆਗੂ ਬਣਾ ਲੈਂਦੇ ਹਨ, ਜਾਂ ਉਹ ਬਹੁਤ ਜੀਵਾਂ ਦੀ ਅਗਵਾਈ ਕਰਨ ਲੱਗ ਜਾਂਦਾ ਹੈ। ਮੋਹਕਮ ਦਾ ਮਤਲਬ ਆਗੂ, ਅਗਵਾਈ ਕਰਨ ਵਾਲਾ। ਭਾਈ ਸਾਹਿਬ ਸਿੰਘ ਜੀ ਤੋਂ ਭਾਵ ਕਿ ਉਹ ਹਿੰਮਤ ਨਾਲ ਨੇਕੀ ਦੀ ਅਗਵਾਈ ਕਰਦਿਆਂ ਹੋਇਆਂ ਇੱਕ ਦਿਨ, ਹਿੰਮਤ ਤੋਂ ਮਤਲਬ ਗਿਆ ਭਾਈ ਹਿੰਮਤ ਸਿੰਘ, ਅਗਵਾਈ ਤੋਂ ਭਾਵ ਹੋ ਗਿਆ ਭਾਈ ਮੋਹਕਮ ਸਿੰਘ। ਉਹ ਹਿੰਮਤ ਨਾਲ ਨੇਕੀ ਦੀ ਅਗਵਾਈ, ਮੋਹਕਮ ਅਗਵਾਈ ਕਰਦਿਆਂ ਹੋਇਆਂ ਇੱਕ ਦਿਨ ਸਾਹਿਬ ਪਰਮੇਸ਼ਰ ਦਾ ਰੂਪ ਸਾਹਿਬ ਹੀ ਬਣ ਜਾਂਦਾ ਹੈ। ਸਾਹਿਬ ਸਿੰਘ 5ਵੇਂ ਪਿਆਰੀ। ਸੋ ਇਸ ਤਰ੍ਹਾਂ, ਬਸ ਇਸੇ ਤਰ੍ਹਾਂ ਹੀ ਜਿਵੇਂ ਪਹਿਲੇ ਪਿਆਰੇ ਦਾ ਨਾਮ ਦਇਆ ਸਿੰਘ ਹੈ, ਉਸੇ ਤਰ੍ਹਾਂ ਦਇਆ ਧਰਮ ਦਾ ਮੂਲ ਹੈ। ਦਇਆ ਹੀ ਧਰਮ ਦਾ ਮੋਢਾ ਹੈ ਅਤੇ ਪਰਮਾਤਮਾ ਤੱਕ ਪਹੁੰਚਣ ਦਾ ਰਸਤਾ ਹੈ। ਜੀਵਨ ਵਿੱਚ ਸੁੱਖਾਂ ਦਾ ਰਾਜ ਭੋਗਣ ਦਾ ਕਾਰਨ ਹੈ। ਜੀਵਨ ਵਿੱਚ ਸੁੱਖਾਂ ਦਾ ਰਾਜ ਭੋਗਣ ਦਾ ਕਾਰਨ ਹੀ ਦਇਆ ਹੈ। ਦਇਆ ਕਰਨ ਨਾਲ ਮਨੁੱਖ ਰਾਜ ਸੁੱਖਾਂ ਨੂੰ ਪ੍ਰਾਪਤ ਕਰਦਾ ਹੈ। ਰਾਜ ਸੁੱਖਾਂ ਨੂੰ ਪ੍ਰਾਪਤ ਕਰਦਾ। ਜਿਵੇਂ ਗਜਨੀ ਦਾਸ ਬੁਕਤ ਦੀਨ, ਉਸਨੇ ਇੱਕ ਹਿਰਨੀ ਦੇ ਬੱਚੇ ਨੂੰ ਹਿਰਨੀ ਦੇ ਬੱਚੇ ਉੱਤੇ ਦਇਆ ਕੀਤੀ। ਸਬੁਕਤ ਦੀਨ ਨੇ ਇੱਕ ਵਾਰ ਉਹ ਜੰਗਲ ਵਿੱਚ ਸ਼ਿਕਾਰ ਲਈ ਗਿਆ ਤਾਂ ਉਸਦੇ ਹੱਥ ਹਿਰਨੀ ਦਾ ਬੱਚਾ ਆ ਗਿਆ। ਉਹ ਉਸ ਨੂੰ ਉਠਾ ਕੇ ਸ਼ਹਿਰ ਵੱਲ ਆ ਰਿਹਾ ਸੀ ਕਿ ਉਸਨੇ ਦੇਖਿਆ ਕਿ ਉਸਦੇ ਪਿੱਛੇ ਹਿਰਨੀ ਬੱਚੇ ਦੇ ਮੂੰਹ ਕਰਕੇ ਆ ਰਹੀ ਹੈ। ਉਹ ਵਾਰ-ਵਾਰ ਦੇਖਦਾ ਕਿ ਹਿਰਨੀ ਉਸਦੇ ਪਿੱਛੇ ਹੀ ਸ਼ਹਿਰ ਦੇ ਨੇੜੇ ਤੱਕ ਪਹੁੰਚ ਗਈ ਹੈ। ਉਸਨੇ ਸੋਚਿਆ ਕਿ ਹਿਰਨੀ ਨੇ ਆਪਣੇ ਬੱਚੇ ਦੇ ਪਿਆਰ ਵਿੱਚ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ। ਸ਼ਹਿਰ ਵਿੱਚ ਇਸ ਨੂੰ ਕੁੱਤੇ ਖਾ ਜਾਣਗੇ, ਜੇ ਮੇਰੇ ਮਗਰ ਸ਼ਹਿਰ ਵਿੱਚ ਆ ਗਈ ਤਾਂ ਇਸ ਨੂੰ ਕੁੱਤੇ ਖਾ ਜਾਣਗੇ, ਮੈਂ ਇਸ ਨੂੰ ਇਸ ਦਾ ਬੱਚਾ ਹੀ ਦੇ ਦਿੰਦਾ। ਇਹ ਸੋਚ ਕੇ ਸਬੁਕਤ ਦੀਨ ਨੇ ਬੱਚੇ ਨੂੰ ਛੱਡ ਦਿੱਤਾ। ਬੱਚਾ ਭੱਜ ਕੇ ਆਪਣੀ ਮਾਂ ਨੂੰ ਜਾ ਮਿਲਿਆ। ਮਾਂ ਨੇ ਆਪਣੇ ਬੱਚੇ ਨੂੰ ਚਾਰੇ ਪਾਸਿਆਂ ਤੋਂ ਸੁੰਘਿਆ ਅਤੇ ਫਿਰ ਇੱਕ ਵਾਰ ਅਸਮਾਨ ਵੱਲ ਮੂੰਹ ਕੀਤਾ ਅਤੇ ਆਪਣਾ ਬੱਚਾ ਲੈ ਕੇ ਜੰਗਲ ਵੱਲ ਚਲੀ ਗਈ। ਇਹ ਸਭ ਦੇਖ ਕੇ ਸਬੁਕਤ ਦੀਨ ਬਹੁਤ ਹੈਰਾਨ ਹੋਇਆ। ਰਾਤ ਵੇਲੇ ਸਬੁਕਤ ਦੀਨ ਨੂੰ ਆਵਾਜ਼ ਆਈ, ਜਾਂ ਸੁਪਨਾ ਆਇਆ, ਸੁਪਨੇ ਵਿੱਚ ਆਵਾਜ਼ ਸੁਣੀ ਜਾਂ ਆਵਾਜ਼ ਆਈ, ਆਵਾਜ਼ ਸੁਣਾਈ ਦਿੱਤੀ ਕਿ ਹੇ ਸਬੁਕਤ ਦੀਨ, ਤੂੰ ਹਿਰਨੀ ਦੇ ਬੱਚੇ ਉੱਪਰ ਦਇਆ ਕਰਕੇ ਬਹੁਤ ਚੰਗਾ ਕੰਮ ਕੀਤਾ। ਸਬੁਕਤ ਦੀਨ ਨੇ ਪੁੱਛਿਆ ਕਿ ਹੇ ਖੁਦਾ, ਪਰ ਮੈਨੂੰ ਇੱਕ ਗੱਲ ਦੀ ਹੈਰਾਨੀ ਹੈ ਕਿ ਹਿਰਨੀ ਨੇ ਪਹਿਲਾਂ ਆਪਣਾ ਬੱਚਾ ਸੁੰਘਿਆ ਅਤੇ ਉਸਨੂੰ ਚਾਰ ਚੁਫੇਰੇ ਦੇਖਿਆ, ਫਿਰ ਉਸਨੇ ਅਸਮਾਨ ਵੱਲ ਮੂੰਹ ਕੀਤਾ। ਉਹ ਕਿਉਂ ਕੀਤਾ? ਖੁਦਾ ਨੇ ਕਿਹਾ ਕਿ ਉਸਨੇ ਪਹਿਲਾਂ ਆਪਣੇ ਬੱਚੇ ਨੂੰ ਦੇਖਿਆ ਕਿ ਉਹ ਠੀਕ ਠਾਕ ਹੈ, ਫਿਰ ਉਸਨੇ ਮੇਰੇ ਅੱਗੇ ਦੁਆ ਕੀਤੀ ਕਿ ਐ ਖੁਦਾ, ਇਸ ਇਨਸਾਨ ਨੇ ਜਿਸ ਤਰ੍ਹਾਂ ਮੇਰੇ ਬੱਚੇ ਦੀ ਜਾਨ ਬਖਸ਼ੀ ਹੈ, ਮੇਰਾ ਬੱਚਾ ਮੈਨੂੰ ਦਿੱਤਾ ਹੈ, ਤੂੰ ਵੀ ਇਸ ਨੂੰ ਸੁੱਖ ਦੇਣਾ। ਅਤੇ ਇਹ ਇੱਕ ਦਿਨ ਇੱਕ ਨੇਕ ਸੁਲਤਾਨ ਬਣੇ। ਸੋ ਹਿਰਨੀ ਦੇ ਦੁਆ ਕਰਨ 'ਤੇ ਤੂੰ ਕੱਲ੍ਹ ਨੂੰ ਸੁਲਤਾਨ ਬਣ ਜਾਏਗਾ। ਦੂਸਰੇ ਦਿਨ ਉੱਥੋਂ ਦਾ ਰਾਜਾ ਮਰ ਗਿਆ ਅਤੇ ਮੰਤਰੀਆਂ ਨੇ ਸਬੁਕਤ ਦੀਨ ਨੂੰ ਨੇਕ ਆਦਮੀ ਜਾਣ ਕੇ ਸੁਲਤਾਨ ਬਣਾ ਦਿੱਤਾ।
ਇਸ ਤਰ੍ਹਾਂ ਸੁਬੁਕਤ ਦੀਨ ਇੱਕ ਜਾਨਵਰ ਉੱਤੇ ਕਰਨਾ ਭਾਵ ਦਇਆ ਕਰਕੇ ਬਹੁਤ ਨੇਕ ਸੁਲਤਾਨ ਬਣ ਗਿਆ। ਇਸ ਲਈ ਮਨੁੱਖ ਹਮੇਸ਼ਾ ਕਰਨਾ ਭਾਵ ਦਇਆ ਗ੍ਰਹਿਣ ਕਰੇ ਤੇ ਅਨਾਥਾਂ ਉੱਤੇ ਮਿਹਰ ਕਰੇ। ਸੋ ਕਰਨਾ ਭਾਵ ਦਇਆ ਸਾਡੇ ਸਰੀਰ ਵਿੱਚ ਨਾ ਦਿਸਣ ਵਾਲਾ ਸੂਖਸ਼ਮ ਤੱਤ ਹੈ, ਜੋ ਸਾਡੇ ਸਰੀਰ ਵਿੱਚ ਨਿਰੰਤਰ ਕੰਮ ਕਰ ਰਿਹਾ ਪਰ ਦਿਖਾਈ ਨਹੀਂ ਦਿੰਦਾ। ਦੇਖੋ, ਜ਼ਾਲਮ ਦੇ ਵਿੱਚ ਵੀ ਕਰਨਾ ਦਇਆ ਹੈਗੀ ਆ, ਪਾਪੀ ਵਿੱਚ ਵੀ ਦਇਆ ਹੈਗੀ ਆ, ਬੁਰੇ ਤੋਂ ਬੁਰੇ ਮਨੁੱਖ ਦੇ ਵਿੱਚ ਵੀ ਦਇਆ, ਪਰ ਇਹ ਗੱਲ ਵੱਖਰੀ ਆ ਕਿ ਉਹ ਕਦੀ ਕਦੀ ਕੰਮ ਕਰਦੀ ਹੈ। ਸੋ ਇਸ ਤਰ੍ਹਾਂ ਇੱਕ ਸੂਖਸ਼ਮ ਤੱਤ ਹੈ, ਇਹ ਵੀ ਵਿਵੇਕ ਦੇ ਪਰਿਵਾਰ ਦਾ ਇੱਕ ਹਿੱਸਾ ਹੈ। ਮੈਤਰੀ, ਅੱਗੇ ਆ ਗਈ ਮੈਤਰੀ। ਹਰ ਇੱਕ ਨਾਲ ਪਿਆਰ ਕਰਨਾ, ਮੁਹੱਬਤ ਰੱਖਣਾ, ਭਗਤੀ ਭਾਵਨਾ ਨੂੰ ਸਦਾ ਦਿਲ ਵਿੱਚ ਰੱਖਣਾ, ਭਗਤੀ ਭਾਵ ਨੂੰ ਸਦਾ ਹੀ ਆਪਣੇ ਮਨ ਵਿੱਚ ਥਾਂ ਦੇਣੀ, ਸਭ ਨਾਲ ਸੁਲ੍ਹਾ ਸਫਾਈ ਰੱਖਣੀ, ਇਸ ਨੂੰ ਹੀ ਮੈਤਰੀ ਕਿਹਾ ਜਾਂਦਾ ਹੈ, ਜਿਸ ਨੂੰ ਅਸੀਂ ਮਿੱਤਰਤਾ ਵੀ ਕਹਿੰਦੇ ਹਾਂ ਜਾਂ ਮਿਲਾਪੜਾ ਸੁਭਾਅ ਵੀ ਕਹਿੰਦੇ ਹਾਂ। ਦੁਨੀਆ ਵਿੱਚ ਇਸ ਗੁਣ ਦੀ ਬਹੁਤ ਜ਼ਰੂਰਤ ਹੈ, ਦੁਨੀਆ ਵਿੱਚ ਇਸ ਗੁਣ ਦੀ ਬਹੁਤ ਜ਼ਰੂਰਤ ਹੈ। ਅੱਜ ਕੱਲ੍ਹ ਜੋ ਖਤਮ ਹੁੰਦਾ ਜਾ ਰਿਹਾ ਮੈਤਰੀ ਭਾਵ, ਮਿਲਾਪੜਾ ਸੁਭਾਅ, ਹੁਣ ਅੱਜ ਕੱਲ੍ਹ ਕਿਤੇ ਕਿਤੇ ਮਨੁੱਖਾਂ ਵਿੱਚ ਦਿਖਾਈ ਦਿੰਦਾ। ਅੱਗੇ ਪਹਿਲਾਂ ਜ਼ਿਆਦਾ ਮਨੁੱਖਾਂ 'ਚ ਦਿਖਾਈ ਦਿੰਦਾ ਸੀ, ਹੁਣ ਤਾਂ ਆਪਣਿਆਂ ਵਿੱਚ ਵੀ ਨਹੀਂ ਰਿਹਾ। ਹੁਣ ਤਾਂ ਆਪਣੇ ਵੀ ਉਦੋਂ ਹੀ ਬੁਲਾਉਂਦੇ ਆ ਆਪਣੇ ਨੂੰ ਜਦੋਂ ਉਸ ਨੂੰ ਕੋਈ ਜ਼ਰੂਰਤ ਹੁੰਦੀ ਹੈ। ਪੁੱਤ ਵੀ ਮਾਂ ਨੂੰ ਉਦੋਂ ਬੁਲਾਉਂਦਾ ਜਦੋਂ ਰੋਟੀ ਖਾਣੀ ਹੈ, ਘਰ ਵਾਲੇ ਨੂੰ ਉਦੋਂ ਬੁਲਾਉਂਦੀ ਜਦੋਂ ਕੋਈ ਵਸਤੂ ਲੈਣੀ ਹੈ, ਘਰ ਵਾਲੀ ਨੂੰ ਉਦੋਂ ਬੁਲਾਉਂਦਾ ਜਦੋਂ ਖਾਣ ਪੀਣ ਦੀਆਂ ਜ਼ਰੂਰਤਾਂ ਦੀ ਲੋੜ ਹੈ। ਅਤੇ ਨਹੀਂ ਤਾਂ ਸਾਡੇ ਅੰਦਰ ਇਹ ਮਿਲਾਪੜਾ ਸੁਭਾਅ ਟੁੱਟ ਹੀ ਗਿਆ। ਕਿਵੇਂ? ਅਸੀਂ ਘਰ ਦੇ 5 ਜੀਅ ਹਾਂ, ਸਾਡੇ 5 ਹੀ ਕੋਲੇ ਫੋਨ ਹੈਗਾ, ਘਰ ਦੇ ਸੋਫੇ 'ਤੇ ਬੈਠੇ ਹਾਂ, ਅਸੀਂ ਸਾਰੇ ਆਪਦੇ ਫੋਨ 'ਤੇ ਲੱਗੇ, ਕਿਸੇ ਨੂੰ ਕੋਈ ਕਿਸੇ ਨਾਲ ਗੱਲਬਾਤ ਕਰਨ ਦਾ ਕੋਈ ਇੰਟਰਸਟ ਨਹੀਂ ਹੈ, ਕੋਈ ਮਿਲਾਪੜਾ ਸੁਭਾਅ ਨਹੀਂ ਹੈ, ਕੋਈ ਮੈਤਰੀ ਨਹੀਂ ਹੈ, ਕੋਈ ਆਪਣਾਪਣ ਨਹੀਂ ਹੈ, ਸਭ ਆਪਣੇ ਫੋਨ ਦੇ ਵਿੱਚ ਲੱਗੇ ਹੋਏ ਆ। ਇੱਕ ਨੂੰ ਭੁੱਖ ਲੱਗੀ ਤਾਂ ਉਹਨੇ ਮਾਂ ਨੂੰ ਉਦੋਂ ਆਖਿਆ ਕਿ ਮਾਂ ਰੋਟੀ ਦੇ ਦੇ, ਬਣਾਈ ਆ, ਅਤੇ ਮਾਂ ਫਿਰ ਫੋਨ ਛੱਡ ਕੇ ਜਾ ਕੇ ਰੋਟੀ ਬਣਾਉਣ ਜਾਂਦੀ ਆ। ਇਸੇ ਤਰ੍ਹਾਂ ਧੀ, ਇਸੇ ਤਰ੍ਹਾਂ ਪੁੱਤਰ, ਇਸੇ ਤਰ੍ਹਾਂ ਘਰਵਾਲੀ, ਇਸੇ ਤਰ੍ਹਾਂ ਘਰਵਾਲਾ, ਇਸੇ ਤਰ੍ਹਾਂ ਮਾਂ, ਇਸੇ ਤਰ੍ਹਾਂ ਪਿਓ, ਸਾਰਿਆਂ ਦਾ ਮਿਲਾਪੜਾਪਣ ਟੁੱਟ ਗਿਆ। ਹੁਣ ਹੈ ਨਹੀਂ ਗਾ, ਨਹੀਂ ਦਿਖਾਈ ਦਿੰਦਾ, ਸਭ ਕੁਛ ਹੁੰਦਿਆਂ ਹੋਇਆਂ ਵੀ ਨਹੀਂ ਦਿਖਾਈ ਦਿੰਦਾ। ਸੋ ਦੁਨੀਆ ਵਿੱਚ ਇਸ ਮਿਲਾਪੜੇ ਸੁਭਾਅ ਦੀ, ਮੈਤਰੀ ਗੁਣ ਦੀ, ਮਿੱਤਰਤਾ ਦੇ ਗੁਣ ਦੀ, ਆਪਣੇਪਣ ਦੀ ਜ਼ਰੂਰਤ ਹੈ, ਅਤੇ ਸਿੱਖੀ ਵਿੱਚ ਵੀ ਇਸ ਦੀ ਵਰਤੋਂ ਕਰਨੀ ਬਹੁਤ ਜ਼ਰੂਰੀ ਹੈ। ਇਸ ਮੈਤਰੀ ਦੇ ਹੋਣ ਕਰਕੇ ਹੀ ਇੱਧਰ ਉੱਧਰ ਸਮਾਜ ਵਿੱਚ ਲੋਕਾਂ ਨਾਲ ਮਿਲਾਪ ਬਣਿਆ ਰਹਿੰਦਾ ਹੈ। ਮੈਤਰੀ ਸੁਭਾਅ ਕਰਕੇ ਮਨੁੱਖ ਸਭਨਾਂ ਦਾ ਪਿਆਰਾ ਹੋ ਜਾਂਦਾ ਹੈ। ਮੈਤਰੀ ਸੁਭਾਅ ਵਾਲਿਆਂ ਦਾ ਕੋਈ ਹੱਦ ਬੰਨਾ ਨਹੀਂ ਹੁੰਦਾ, ਉਹ ਹਰ ਦੇਸ਼ ਵਿੱਚ ਜਾ ਕੇ ਮਿੱਤਰਤਾ ਬਣਾ ਲੈਂਦੇ ਆ। ਗੁਰੂ ਦੇ ਸਿੱਖਾਂ ਦਾ ਮੈਤਰੀ ਸੁਭਾਅ ਹੋਣ ਕਰਕੇ ਹੀ ਸਿੱਖੀ ਦਾ ਪਰਚਮ ਭਾਵ ਨਿਸ਼ਾਨ ਸਾਹਿਬ ਅੱਜ ਹਰ ਦੇਸ਼ ਵਿੱਚ ਝੂਲਦਾ। ਇਹ ਸਿੱਖੀ ਦੇ ਵਿੱਚ, ਸਿੱਖਾਂ ਦੇ ਵਿੱਚ ਇੱਕ ਮੈਤਰੀ ਸੁਭਾਅ ਕਿ ਉਹ ਜਿਸ ਦੇਸ਼ ਵਿੱਚ ਵੀ ਜਾਂਦੇ ਆ ਆਪਣੇ ਮਿਲਾਪੜੇ ਸੁਭਾਅ ਦੇ ਨਾਲ, ਆਪਣੀ ਮਿੱਤਰਤਾ ਦੇ ਸੁਭਾਅ ਦੇ ਨਾਲ ਸਾਰਿਆਂ ਦੇ ਦਿਲ ਵਿੱਚ ਆਪਣਾਪਣ ਪੈਦਾ ਕਰ ਲੈਂਦੇ ਆ। ਗੁਰਦੁਆਰਾ ਬਣਾ ਕੇ, ਲੰਗਰ ਚਲਾ ਕੇ ਸਭ ਨੂੰ ਆਪਣਾ ਬਣਾ ਲੈਂਦੇ ਆ। ਇਸੇ ਕਰਕੇ ਸਿੱਖੀ ਦਾ ਪਰਚਮ ਸ਼੍ਰੀ ਨਿਸ਼ਾਨ ਸਾਹਿਬ ਅੱਜ ਦੇਸ਼ ਦੇ ਹਰ ਕੋਨੇ ਵਿੱਚ, ਹਰ ਦੇਸ਼ ਵਿੱਚ ਝੂਲ ਰਿਹਾ। ਪਰ ਜਿਵੇਂ ਬਾਕੀ ਦੇਸ਼ਾਂ ਦੇ ਝੰਡੇ ਆਪਣੇ ਦੇਸ਼ਾਂ ਵਿੱਚ ਹੀ ਝੂਲਦੇ ਹਨ, ਪਰ ਸਿੱਖੀ ਦਾ ਝੰਡਾ ਹਰ ਦੇਸ਼ ਵਿੱਚ ਝੂਲ ਰਿਹਾ। ਇਹ ਵੀ ਸਾਡੇ ਸਰੀਰ ਵਿੱਚ ਇੱਕ ਸੂਖਸ਼ਮ ਤੱਤ ਹੈ, ਮੈਤਰੀ, ਮਿੱਤਰਤਾ। ਮੈਤਰੀ ਗੁਣ ਸਾਡੇ ਸਰੀਰ ਵਿੱਚ ਇੱਕ ਸੂਖਸ਼ਮ ਤੱਤ ਹੈ ਜੋ ਦਿਖਾਈ ਨਹੀਂ ਦਿੰਦਾ। ਇਸ ਤੱਤ ਗੁਣ ਦਾ ਨਾਮ ਮੈਤਰੀ ਹੈ। ਸੋ ਮਿੱਤਰਤਾ, ਦੋਸਤੀ ਵੀ ਇਸੇ ਨੂੰ ਕਹਿੰਦੇ ਆ।
ਇਹ ਮੈਤਰੀ ਗੁਣ ਸਾਡੇ ਸਰੀਰ ਵਿੱਚ ਕੰਮ ਕਰ ਰਿਹਾ ਹੈ ਪਰ ਦਿਖਾਈ ਨਹੀਂ ਦਿੰਦਾ। ਇਹ ਵੀ ਵਿਵੇਕ ਦੇ ਪਰਿਵਾਰ ਦਾ ਇੱਕ ਹਿੱਸਾ ਹੈ। ਅੱਗੇ ਆ ਗਈ ਖਿਮਾ। ਖਿਮਾ ਕਿਸੇ ਪੁਰਸ਼ ਤੇ ਨਾਰਾਜ਼ਗੀ ਹੋਵੇ, ਕਿਸੇ ਪੁਰਸ਼ ਉੱਤੇ ਨਾਰਾਜ਼ਗੀ ਹੋਵੇ, ਕਿਸੇ ਦੇ ਬੁਰੇ ਕੰਮ ਨੂੰ ਦੇਖ ਕੇ ਗੁੱਸਾ ਆਇਆ ਹੋਵੇ, ਕ੍ਰੋਧ ਵਿੱਚ ਕਿਸੇ ਉੱਤੇ ਸ਼ਾਸਤਰ ਚਲਾਉਣ ਲੱਗਿਆ ਹੋਵੇ, ਹਥਿਆਰ ਚਲਾਉਣ ਲੱਗਿਆ ਹੋਵੇ ਗੁੱਸੇ ਵਿੱਚ, ਇਸ ਤਰ੍ਹਾਂ ਦੇ ਹਰ ਪ੍ਰਕਾਰ ਦੇ ਗੁੱਸੇ ਨੂੰ ਦੂਰ ਕਰਕੇ ਮਿਹਰਬਾਨੀ ਕਰਮ ਦਾ ਨਾਮ ਹੀ ਖਿਮਾ ਹੈ। ਕਿਸੇ ਉੱਤੇ ਆਏ ਗੁੱਸੇ ਨੂੰ, ਕਿਸੇ ਉੱਤੇ ਆਈ ਨਾਰਾਜ਼ਗੀ ਨੂੰ, ਕਿਸੇ ਉੱਤੇ ਹਥਿਆਰ ਉਠਾਉਣ ਲੱਗੇ ਨੂੰ, ਇਸ ਗੁੱਸੇ ਨੂੰ ਕੰਟਰੋਲ ਕਰਕੇ ਦੂਜੇ 'ਤੇ ਮਿਹਰਬਾਨੀ ਕਰਨ ਦਾ ਨਾਮ ਹੀ ਖਿਮਾ ਹੈ। ਜਾਂ ਆਪਣੀਆਂ ਗਲਤੀਆਂ ਦੀ ਮੁਆਫੀ ਮੰਗਣ ਦਾ ਨਾਮ ਵੀ ਖਿਮਾ ਹੈ। ਜਿਵੇਂ ਅਸੀਂ ਕਹਿੰਦੇ ਮੈਂ ਭੁੱਲ ਗਿਆ ਜੀ, ਹੁਣ ਖਿਮਾ ਕਰੋ, ਹੈ ਨਾ। ਜਿਨ੍ਹਾਂ ਨੇ ਖਿਮਾ ਨਹੀਂ ਕੀਤੀ ਉਹਨਾਂ ਦੀਆਂ ਕਈ ਪੀੜ੍ਹੀਆਂ ਤੇ ਖਾਨਦਾਨ ਤਬਾਹ ਹੋ ਗਏ। ਜਿਵੇਂ ਗੁਰੂ ਜੀ ਪਾਵਨ ਗੁਰਬਾਣੀ ਵਿੱਚ ਬਚਨ ਕਰਦੇ ਆ, ਖਿਮਾ ਵਿਹੂਣੇ ਖੱਪ ਗਏ ਖੂਹਣ ਲੱਖ ਅਸੰਖ, ਗਣਤ ਨ ਆਵੈ ਕਿਉ ਗਣੀ ਖਪ ਖਪ ਮੂਏ ਬਿਸੰਖ। ਭਾਵ ਕਿ ਸ਼ੈਣ ਸ਼ੀਤਲਤਾ ਦੇ ਬਿਨਾਂ ਕਰੋੜਾਂ ਲੱਖਾਂ ਅਤੇ ਅਣਗਿਣਤ ਪੁਰਸ਼ ਮਰ ਖਪ ਗਏ ਹਨ। ਮਹਾਭਾਰਤ ਦੇ ਯੁੱਧ ਵਿੱਚ ਕੈਰਵਾਂ ਤੇ ਪਾਂਡਵਾਂ ਦੀਆਂ 18 ਖੂਹਣੀਆਂ ਖਤਮ ਹੋ ਗਈਆਂ। ਇੱਕ ਖੂਹਣੀ ਦੀ ਗਿਣਤੀ ਦੇ ਵਿੱਚ ਲੱਖਾਂ ਪੈਦਲ ਮਨੁੱਖ, ਹਜ਼ਾਰਾਂ ਘੋੜੇ ਅਤੇ ਘੋੜਸਵਾਰ ਮਨੁੱਖ, ਸੈਂਕੜੇ ਹਾਥੀ ਅਤੇ ਹਾਥੀਆਂ ਉੱਪਰ ਬੈਠੇ ਮਨੁੱਖ, ਇਸ ਨੂੰ ਇੱਕ ਖੂਹਣੀ ਕਹਿੰਦੇ ਆ। ਸੋ ਸੋਚੋ ਇਸ ਤਰ੍ਹਾਂ 18 ਖੂਹਣੀਆਂ ਦੀ ਗਿਣਤੀ ਕਿੰਨੀ ਬਣ ਗਈ ਹੋਣੀ ਹੈ। ਉਹ ਸਭ ਖਤਮ ਹੋ ਗਈਆਂ। ਜੇ ਉਹ ਲੋਕ ਇੱਕ ਦੂਜੇ ਨੂੰ ਮਾਫ ਕਰ ਦਿੰਦੇ ਤਾਂ ਇੰਨੇ ਮਨੁੱਖਾਂ ਦਾ ਨਰਸੰਹਾਰ ਨਹੀਂ ਹੋਣਾ ਸੀ। ਜੇ ਦ੍ਰੋਪਦੀ ਦਾ ਮਜ਼ਾਕ ਦੁਰਯੋਧਨ ਨੂੰ ਲੱਗਿਆ ਤੇ ਜੇ ਦੁਰਯੋਧਨ ਭਾਬੀ ਕਹਿ ਕੇ, ਆਪਣੀ ਮਾਂ ਵਰਗੀ ਭਾਬੀ ਕਹਿ ਕੇ ਮਾਫ ਕਰ ਦਿੰਦਾ ਤਾਂ ਇੰਨਾ ਨਰਸੰਹਾਰ ਨਹੀਂ ਹੋਣਾ ਸੀ। ਸਭਾ ਵਿੱਚ ਹੋਈ ਦ੍ਰੋਪਦੀ ਦੀ ਬੇਪਤੀ ਨੂੰ ਜੇ ਪਾਂਡਵ ਮਾਫ ਕਰ ਦਿੰਦੇ ਤਾਂ ਵੀ ਨਰਸੰਹਾਰ ਨਹੀਂ ਹੋਣਾ ਸੀ। ਖਿਮਾ ਨਹੀਂ ਕੀਤਾ ਇੱਕ ਦੂਜੇ ਨੂੰ, ਨਾ ਖਿਮਾ ਕਰਨ ਕਰਕੇ ਇੰਨਾ ਨਰਸੰਹਾਰ ਹੋਇਆ। ਸੋ ਮਨੁੱਖ ਖਿਮਾ ਧਾਰਨ ਕਰਕੇ ਤੇ ਦੁਨੀਆ ਵਿੱਚ ਜਸ ਖੱਟ ਕੇ ਵਾਹਿਗੁਰੂ ਦਾ ਪਿਆਰਾ ਹੋ ਸਕਦਾ। ਇਸ ਤਰ੍ਹਾਂ ਖਿਮਾ ਵੀ ਸਾਡੇ ਸਰੀਰ ਵਿੱਚ ਨਾ ਦਿਸਣ ਵਾਲਾ ਸੂਖਸ਼ਮ ਤੱਤ ਹੈ ਜੋ ਸਾਡੇ ਸਰੀਰ ਵਿੱਚ ਕੰਮ ਕਰਦਾ। ਇਹ ਵੀ ਵਿਵੇਕ ਦੇ ਪਰਿਵਾਰ ਦਾ ਇੱਕ ਹਿੱਸਾ ਹੈ। ਸੋ ਇਹ ਜੋ ਅਸੀਂ ਸਾਰੇ ਸਰਵਣ ਕੀਤੇ ਇਹ ਵਿਵੇਕ ਦੇ ਪਰਿਵਾਰ ਹਨ, ਵਿਵੇਕ ਦਾ ਪਰਿਵਾਰ ਹੈ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਬੁੱਧੀ, ਵਿਚਾਰ, ਸੰਤੋਖ, ਸ਼ਰਧਾ, ਸ਼ਾਂਤੀ, ਕਰੁਣਾ, ਦਇਆ, ਮੈਤਰੀ, ਖਿਮਾ, ਇਹ ਸਭ ਵਿਵੇਕ ਦਾ ਪਰਿਵਾਰ ਹੈ, ਵਿਵੇਕ ਦਾ ਟੱਬਰ ਹੈ। ਸਾਡੇ ਹਿਰਦੇ ਵਿੱਚ ਵਿਵੇਕ ਦੇ ਆਉਣ ਕਰਕੇ ਹੀ ਇਹਨਾਂ ਸਾਰੀਆਂ ਚੀਜ਼ਾਂ ਦਾ ਠਹਿਰਾਓ ਬਣਦਾ ਹੈ। ਜੇ ਵਿਵੇਕ ਨਹੀਂ ਹੈ ਤਾਂ ਇਹ ਸਾਰੀਆਂ ਚੀਜ਼ਾਂ ਸਾਡੇ ਅੰਦਰ ਨਹੀਂ ਹੋਣਗੀਆਂ। ਜੇ ਸਾਡੇ ਅੰਦਰ ਵਿਵੇਕ ਹੈ ਤਾਂ ਇਹ ਸਾਰੀਆਂ ਚੀਜ਼ਾਂ ਆਪਣੇ ਆਪ ਸਾਡੇ ਅੰਦਰ ਆ ਕੇ ਟਿਕ ਜਾਂਦੀਆਂ ਹਨ। ਬੁੱਧੀ ਤੇ ਵਿਵੇਕ, ਬੁੱਧੀ ਜੋ ਹੈ ਇਹ ਵਿਵੇਕ ਦੀ ਪਤਨੀ ਹੈ। ਵਿਚਾਰ ਤੇ ਸੰਤੋਖ ਵਿਵੇਕ ਦੇ ਪੁੱਤਰ ਹਨ ਅਤੇ ਸ਼ਰਧਾ, ਸ਼ਾਂਤੀ, ਕਰੁਣਾ ਯਾਨੀ ਦਇਆ, ਮੈਤਰੀ ਤੇ ਖਿਮਾ ਇਹ ਵਿਵੇਕ ਦੀਆਂ ਪੁੱਤਰੀਆਂ ਹਨ। ਸੋ ਇਹ ਸਭ ਦੈਵੀ ਗੁਣ ਹਨ, ਭਾਵ ਦੇਵਤਿਆਂ ਤੇ ਭਲੇ ਪੁਰਸ਼ਾਂ ਵਾਲੇ ਗੁਣ ਹਨ। ਇਹਨਾਂ ਗੁਣਾਂ ਤੋਂ ਬਿਨਾਂ ਹੋਰ ਜੋ ਵਿਚਾਰ ਭਰਪੂਰ ਗਿਆਨ ਵਾਲੀਆਂ ਪੁਸਤਕਾਂ, ਉਪਨਿਸ਼ਦੇ, ਵੇਦਾਂਤ, ਸ਼ਾਸਤਰ ਆਦਿਕ ਹਨ, ਇਹ ਸਭ ਵਿਵੇਕ ਦੀ ਸਹਾਇਤਾ ਕਰਨ ਵਾਸਤੇ ਲਿਖੇ ਗਏ ਹਨ ਜਾਂ ਬਣੇ ਹਨ। ਪਰੰਤੂ ਵਿਵੇਕ ਦੀ ਸਭ ਤੋਂ ਵੱਧ ਸਹਾਇਤਾ ਕਰਨ ਵਾਲੀ ਗੁਰਬਾਣੀ ਹੀ ਹੈ।
ਸਭ ਤੋਂ ਵੱਧ ਵਿਵੇਕ ਦੀ ਸਹਾਇਤਾ ਕਰਨ ਵਾਲੀ ਗੁਰਬਾਣੀ ਹੈ। ਸੋ ਜੀਵ ਨੂੰ ਚਾਹੀਦਾ ਹੈ ਕਿ ਗੁਰਬਾਣੀ ਦੀ ਵਿਚਾਰ ਕਰਕੇ ਆਪਣੇ ਦਿਲ ਵਿੱਚ ਸਦਾ ਹੀ ਦੈਵੀ ਗੁਣਾਂ ਦੇ ਦੈਵੀ ਸੰਪਦਾ ਦੇ ਗੁਣਾਂ ਨੂੰ ਧਾਰਨ ਕਰੇ। ਵਿਵੇਕ ਬੁੱਧ ਸਤਿਗੁਰ ਤੇ ਪਾਈ, ਗੁਰ ਗਿਆਨ ਗੁਰੂ ਪ੍ਰਭ ਕੇਰਾ। ਇਹ ਵਿਵੇਕ ਆ ਨਾ, ਜੋ ਵਿਵੇਕ ਤੇ ਬੁੱਧੀ ਆ, ਇਹ ਗੁਰਬਾਣੀ ਦੇ ਵਿਚਾਰੇ ਤੋਂ ਬਿਨਾਂ ਪ੍ਰਾਪਤ ਨਹੀਂ ਹੋਣੇ। ਸਭ ਤੋਂ ਵੱਡੀ ਸਹਾਇਤਾ ਸਾਡੀ ਗੁਰਬਾਣੀ ਹੀ ਕਰ ਸਕਦੀ ਹੈ। ਸੋ ਗੁਰਬਾਣੀ ਦੀ ਵਿਚਾਰ ਕਰਕੇ ਆਪਣੇ ਦਿਲ ਵਿੱਚ ਅਸੀਂ ਸਦਾ ਹੀ ਦੈਵੀ ਸੰਪਦਾ ਦੇ ਗੁਣਾਂ ਨੂੰ ਧਾਰਨ ਕਰੀਏ। ਸੋ ਅਸੀਂ ਜੋ ਪਹਿਲਾਂ ਸੁਣਿਆ ਸੀ ਉਹ ਦੈਵੀ ਸੰਪਦਾ ਦੇ ਗੁਣ ਸਨ, ਭਾਵ ਭਲੇ ਪੁਰਸ਼ਾਂ ਦੀ ਭਲਾਈ ਦੀ ਸੰਪਦਾ, ਭਾਵ ਖਜ਼ਾਨਾ। ਸੰਪਦਾ ਦਾ ਮਤਲਬ ਖਜ਼ਾਨਾ ਹੁੰਦਾ। ਜੋ ਅਸੀਂ ਪਹਿਲਾਂ ਸੁਣਿਆ ਸੀ ਉਹਦੇ ਵਿੱਚ ਦੈਵੀ ਗੁਣ ਵੀ ਹਨ ਅਤੇ ਅਸੁਰੀ ਗੁਣ ਵੀ ਹਨ। ਜੋ ਪਹਿਲਾਂ ਸੁਣਿਆ ਸੀ ਉਹ ਸੰਪਦਾ ਦੈਵੀ ਸੰਪਦਾ ਦੇ ਗੁਣ ਸਨ, ਭਲੇ ਪੁਰਸ਼ਾਂ ਦੇ ਗੁਣ ਸਨ, ਭਲੇ ਪੁਰਸ਼ਾਂ ਦਾ ਗੁਣਾਂ ਦਾ ਖਜ਼ਾਨਾ। ਜੋ ਕਾਮ ਕ੍ਰੋਧ ਲੋਭ ਮੋਹ ਹੰਕਾਰ ਹਨ, ਇਹ ਆਸੁਰੀ ਸੰਪਦਾ ਦੇ ਗੁਣ ਹਨ, ਭਾਵ ਰਾਖਸ਼ ਬੁੱਧੀ ਵਾਲੇ ਮਨੁੱਖਾਂ ਦੇ ਗੁਣ ਹਨ। ਇਹਨਾਂ ਕਰਕੇ ਮਨੁੱਖ ਹਮੇਸ਼ਾ ਬੁਰੇ ਕਰਮ ਅਤੇ ਪਾਪ ਕਰਦਾ। ਪਰ ਵਿਵੇਕ ਬੁੱਧੀ ਵਿਚਾਰ ਸੰਤੋਖ ਸ਼ਰਧਾ ਸ਼ਾਂਤੀ ਕਰੁਣਾ ਮੈਤਰੀ ਖਿਮਾ, ਇਹਨਾਂ ਕਰਕੇ ਮਨੁੱਖ ਹਮੇਸ਼ਾ ਭਲੇ ਕਰਮ ਕਰਦਾ ਰਹਿੰਦਾ। ਇਸ ਲਈ ਸਾਨੂੰ ਭਲੇ ਗੁਣਾਂ ਦਾ ਧਾਰਨੀ ਹੋ ਕੇ ਭਲੇ ਕੰਮ ਕਰਨੇ ਚਾਹੀਦੇ ਹਨ। ਜੀਆਂ ਦੀ ਭਲਾਈ ਕਰਕੇ ਵਾਹਿਗੁਰੂ ਦੀ ਖੁਸ਼ੀ ਦੇ ਪਾਤਰ ਬਣਨਾ ਚਾਹੀਦਾ। ਸੋ ਗੁਰੂ ਪਿਆਰੀ ਸਤ ਸੰਗਤ ਜੀ, ਅੱਜ ਦੀ ਵਿਚਾਰ ਦੇ ਵਿੱਚ ਅਸੀਂ ਵਿਵੇਕ ਅਤੇ ਉਸ ਦੇ ਪਰਿਵਾਰ ਦੀ ਜਾਣਕਾਰੀ ਪ੍ਰਾਪਤ ਕੀਤੀ ਹੈ। ਭੁੱਲਾਂ ਚੁੱਕਾਂ ਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।